ਸਤਿ ਸ਼੍ਰੀ ਅਕਾਲ ਜੀ। ਜਦੋਂ ਰਾਜਨੀਤੀ ਦੀ ਗੱਲ ਚੱਲਦੀ ਹੈ, ਪੰਜਾਬ ਦੀ ਰਾਜਨੀਤੀ ਦੀ ਖਾਸ ਤੌਰ ਦੇ ਉੱਤੇ ਗੱਲ ਚੱਲਦੀ ਹੈ, ਤਾਂ ਇੱਕ ਚੀਜ਼ ਦਾ ਜ਼ਿਕਰ ਆਉਂਦਾ ਜਦੋਂ ਵੀ ਕਿਤੇ ਬੈਠਦੇ ਹੋ ਤੁਸੀਂ ਕਿ ਇਹਦੇ ਵਿੱਚ ਬਹੁਤ ਕੁਝ ਚੰਦ ਚੰਗੇ ਲੋਕ ਆਉਣੇ ਚਾਹੀਦੇ ਆ। ਫਿਰ ਉਹ ਇਹਦੀ ਤਸ਼ਬੀਹ ਗਟਰ ਨਾਲ ਵੀ ਦੇਣੀ ਸ਼ੁਰੂ ਕਰ ਦਿੰਦੇ ਵੀ ਆਪਾਂ ਜੇ ਸਾਫ਼ ਕਰਨਾ ਤੇ ਵਿੱਚ ਵੜਨਾ ਪਊਗਾ। ਪਰ ਜਦੋਂ ਚੰਗੇ ਬੰਦਿਆਂ ਦੀ ਗੱਲ ਆਉਂਦੀ ਆ, ਉਹ ਗੱਲ ਤਾਂ ਬਹੁਤ ਕਰਦੇ ਆ, ਕਿਤਾਬੀ ਗੱਲ ਬਹੁਤ ਕਰਦੇ ਆ। ਜਦੋਂ ਆਪ ਵੜਨਾ ਪੈਂਦਾ ਫਿਰ ਉਹ ਕਹਿੰਦੇ ਨਹੀਂ ਮੈਂ ਇਹਦੇ ਵਿੱਚ ਨਹੀਂ ਵੜਨਾ, ਇਹਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਜਿਹੜਾ ਕਿ ਮੇਰੇ ਤੋਂ ਝੱਲਿਆ ਨਹੀਂ ਜਾਣਾ। ਪਰ ਕੁਝ ਲੋਕ ਹੈ ਨੇ ਜਿਹੜੇ ਘੱਟੋ ਘੱਟ ਇਹ ਕੋਸ਼ਿਸ਼ ਕਰ ਰਹੇ ਆ ਕਿ ਚਲੋ ਦੇਖਦੇ ਆ ਭਲਾ ਕੁਝ ਇਹਦੇ ਵਿੱਚ ਚੇਂਜ ਹੋ ਸਕਦਾ ਕਿ ਨਹੀਂ। ਇੱਕ ਨਾਮ ਚਾਹੇ ਉਹ ਤਕਰੀਬਨ 10 ਸਾਲ ਤੋਂ ਤੁਸੀਂ ਕਹ ਲਓ, ਉਹ ਲਗਾਤਾਰ ਬੋਲਦੇ ਰਹੇ, ਚਿੱਠੀਆਂ ਲਿਖਦੇ ਰਹੇ, ਜੇ ਆਪਾਂ ਆਹ ਕਰ ਲਈਏ ਤੇ ਇਦਾਂ ਹੋ ਸਕਦਾ, ਆਹ ਕਰ ਲਈਏ ਤੇ ਇਦਾਂ ਹੋ ਸਕਦਾ। ਕੁਝ ਲੋਕਾਂ ਨੇ ਤਾਂ ਸੀਰੀਅਸ ਲਿਆ, ਕੁਝ ਲੋਕ ਸੋਚਦੇ ਨਹੀਂ ਉਹ ਤਾਂ ਮੰਤਰੀ ਬਣਨਾ ਚਾਹੁੰਦੇ ਨੇ। ਹੁਣ ਮੰਤਰੀ ਬਣ ਗਏ। ਜਦੋਂ ਮੰਤਰੀ ਬਣੇ ਤਾਂ ਜੇ ਤੁਸੀਂ ਦੇਖੋ ਤਾਂ ਉਹਨਾਂ ਦੇ ਰੁਝੇਵੇਂ, ਕਿਉਂਕਿ ਮੰਤਰਾਲਾ ਇਸ ਤਰ੍ਹਾਂ ਦਾ ਮਿਲ ਗਿਆ ਜਿਹਦੇ ਵਿੱਚ ਬੜਾ ਕੁਝ ਕਿਹਾ ਜਾਂਦਾ ਕਿ ਉਹਦਾ ਖਲਾਰਾ ਇੰਨਾ ਕੁ ਕੋਈ ਸਾਂਭਣਾ ਔਖਾ। ਪ੍ਰਗਟ ਸਿੰਘ ਹੋਰੀ, ਓਲੰਪੀਅਨ ਪ੍ਰਗਟ ਸਿੰਘ ਹੋਰੀ, ਰੀਅਲ ਕੈਪਟਨ, ਜਿਹੜੇ ਕੈਪਟਨ ਰਹੇ ਨੇ ਜਿਨ੍ਹਾਂ ਨੇ ਮੁਲਕ ਨੂੰ ਰਿਪਰੈਜ਼ੈਂਟ ਕੀਤਾ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਪਨੂ ਸਾਹਿਬ, ਥੈਂਕ ਯੂ ਸੋ ਮਚ। ਜਿਹੜਾ ਸਿੱਖਿਆ ਮਹਿਕਮਾ ਹੈ ਉਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਹਨੂੰ ਗਾਲਾਂ ਪਾਉਣੀਆਂ ਉਹਨੂੰ ਇਹ ਸਿੱਖਿਆ ਮਹਿਕਮਾ ਦੇ ਦਿਓ। ਕੀ ਇਹ ਰਿਐਲਿਟੀ ਹੈ ਕਿ ਇੰਨਾ ਉਲਝਿਆ ਹੋਇਆ ਕੰਮ ਕਿ ਹਰ ਬੰਦਾ ਉਹਦੀਆਂ ਐਕਸਪੈਕਟੇਸ਼ਨਸ ਇੰਨੀਆਂ ਨੇ ਕਿ ਆਹ ਵੀ ਹੋ ਜੇ, ਆਹ ਵੀ ਹੋ ਜੇ। ਆਪਾਂ ਦੇਖ ਰਹੇ ਕਿ ਥਾਂ ਦੇ ਉੱਤੇ ਮਜ਼ਾਰੇ ਹੋ ਰਹੇ ਨੇ, ਥਾਂ ਦੇ ਉੱਤੇ ਬੈਠੇ ਨੇ, ETT ਵਾਲੇ ਬੈਠੇ ਨੇ, ਟੈਟ ਪਾਸ ਵਾਲੇ, ਮੈਰੀਟੋਰੀਅਸ ਵਾਲੇ ਆ ਗਏ। ਸਾਰੀ ਦਿਹਾੜੀ ਸੱਚੀ ਪੁੱਛੋ, ਮੇਰੇ ਵਰਗਾ ਬੰਦਾ ਵੀ ਇਹੀ ਮੈਸੇਜ, ਭਾਜੀ ਕੋਈ ਸਾਡੇ ਬਾਰੇ ਲਿਖ ਦਿਓ, ਕੋਈ ਸਾਡੇ ਬਾਰੇ ਲਿਖ ਦਿਓ, ਸਾਡੀ ਗੱਲ ਪਹੁੰਚਾ ਦਿਓ। ਕੀ ਵਾਕਿਆ ਇੰਨਾ ਉਲਝਿਆ ਹੋਇਆ ਕੰਮ ਹੈ? ਦੇਖੋ ਪਾਈਲ ਅਪ ਹੋਇਆ ਆ, ਮੈਨੂੰ ਉਲਝਿਆ ਹੋਇਆ ਨਹੀਂ ਲੱਗਦਾ, ਪਾਈਲ ਅਪ ਹੋਇਆ ਆ। ਕਿਉਂਕਿ ਹੋਇਆ ਕਿ ਪਿਛਲੇ 15 ਸਾਲਾਂ ਤੋਂ ਐਕਚੁਅਲੀ ਗਵਰਨਮੈਂਟ ਆਫ ਇੰਡੀਆ ਨੇ ਕਦੀ ਤੁਹਾਨੂੰ 2 ਸਾਲ ਲਈ ਟੀਚਰ ਦੇ ਦਿੱਤੇ, ਕਦੀ ਕਿਸੇ ਕੈਟਾਗਰੀ 'ਚ ਟੀਚਰ ਦੇ ਦਿੱਤੇ। ਉਹ ਕੀ ਹੋਇਆ, 2 ਸਾਲ ਤਾਂ ਉਹ ਤਨਖਾਹ ਗਵਰਨਮੈਂਟ ਆਫ ਇੰਡੀਆ ਦਿੰਦੀ ਰਹੀ। ਉਹਦੇ ਤੋਂ ਬਾਅਦ ਉਹ ਕਿੱਥੇ ਜਾਣ, ਉਹਨਾਂ ਨੇ ਆਪਣਾ ਵਿਡਰਾਅ ਕਰ ਲਿਆ, ਉਹ ਸਟੇਟ ਗਵਰਨਮੈਂਟ ਤੇ ਆ ਗਿਆ। ਸਟੇਟ ਗਵਰਨਮੈਂਟ ਦੀਆਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ, ਉਹਦੇ ਨਾਲ ਕੀ ਹੋਇਆ ਕਿ ਸਾਰੀਆਂ ਚੀਜ਼ਾਂ ਪਾਈਲ ਅਪ ਹੋ ਗਈਆਂ। ਔਰ ਪਾਈਲ ਅਪ ਹੋ ਕੇ ਸਮੇਂ ਤੇ ਪੋਲੀਟੀਕਲ ਪ੍ਰੈਸ਼ਰ ਥੱਲੇ ਇਹਦੀਆਂ ਰੂਲਾਂ ਦੀ ਡਿਵਰਸ਼ਨ ਹੋ ਗਈ। ਹੁਣ ਸਾਡੀਆਂ 19,000 ਟੀਚਰਾਂ ਦੀਆਂ ਭਰਤੀਆਂ ਜਿਹੜੀਆਂ ਕੋਰਟ ਦੇ ਵਿੱਚ ਸਟਕ ਹੋਈਆਂ ਆ। ਅੱਛਾ, ਬੱਚੇ ਤਾਂ ਸਾਡੇ ਹੀ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉਹਦੇ 'ਚ ਸਮੱਸਿਆ ਹੈਗੀ ਆ। ਮੈਨੂੰ ਲੱਗਦਾ 90% ਸਮੱਸਿਆ ਨਹੀਂ ਹੈਗੀ, 85% 90% ਨਹੀਂ ਹੈਗੀ। ਜਿਹੜੀ 10% ਹੈਗੀ ਆ ਉਹਦੀ ਵਿਜ਼ੀਬਿਲਟੀ ਬਹੁਤ ਆ, ਲੇਕਿਨ ਉਹਦੇ 'ਚ ਸਾਨੂੰ ਬੈਠ ਕੇ ਸੋਚਣ ਦੀ ਜ਼ਰੂਰਤ ਹੈਗੀ ਆ। ਕਿਉਂਕਿ ਮੈਂ ਜਿਹੜੇ ਪਿਛਲੇ 2 ਮਹੀਨੇ ਲਗਾਏ ਆ, ਕਿਉਂਕਿ ਇਹਨਾਂ ਨੂੰ ਕਨਵਿੰਸ ਕਰਾਉਣ ਲਈ ਬੱਚਿਆਂ ਨੂੰ ਕਿ ਇੱਕ ਗੱਲ ਸਮਝ ਲਓ ਕਿ ਮੇਰੇ ਕੋਲ ਹੁਣ 11,880 ਹੋਰ ਮੈਂ ਨਵੀਆਂ ਪੋਸਟਾਂ ਕ੍ਰੀਏਟ ਕਰਾ ਲਈਆਂ। ਮੈਂ 31 ਮਾਰਚ 2022 ਤੱਕ ਵੀ ਜਿਹੜੀ ਰਿਟਾਇਰਮੈਂਟ ਹੋਣੀ ਆ, ਮੈਂ ਉਹ ਵੀ ਆਪਣੇ ਉਹਦੇ 'ਚ ਲੈ ਲਈਆਂ। ਇਹਦਾ ਮਤਲਬ ਇਹ ਹੋਇਆ ਵੀ ਸਾਡੇ ਕੋਲ 31,000 ਪੋਸਟਾਂ ਖਾਲੀ ਹੈਗੀਆਂ। ਔਰ 31,000 ਮੈਨੂੰ ਲੱਗਦਾ ਵੀ ਸਾਡੇ ਕੋਲ ਐਲੀਜੀਬਲ ਸ਼ਾਇਦ ਟੀਚਰ ਨਾ ਹੋਣ। ਲੇਕਿਨ ਅਨਫੋਰਚੂਨੇਟਲੀ ਹੋਇਆ ਕਿ ਬੇਵਿਸ਼ਵਾਸੀ ਬਣ ਗਈ, ਪੋਲੀਟੀਕਲ ਬੰਦਿਆਂ ਨੇ ਲਾਰੇ ਲਾਤੇ ਔਰ ਲੋਕ ਕੋਰਟਾਂ 'ਚ ਚਲੇ ਗਏ। ਕਿਉਂਕਿ ਡਾਇਵਰਸੀਫਿਕੇਸ਼ਨ ਰੂਲਾਂ ਦੀ ਹੋਈ ਸੀਗੀ। ਕੋਰਟ ਕਹਿੰਦੀ ਆ ਕਿ ਤੁਸੀਂ ਹਰ ਬੰਦੇ ਨੂੰ ਇਕੁਅਲ ਓਪਰਚੁਨਿਟੀ ਦੇਣੀ ਚਾਹੀਦੀ ਆ, ਉਹ ਨਹੀਂ ਦਿੱਤੀ। ਇਸ ਕਰਕੇ ਉਹ ਇੱਕ ਤਾਂ ਸਾਡੀ ਸਟਕ ਹੋ ਗਈ ਭਰਤੀ, 2 ਸਾਡੀਆਂ, ਇੱਕ 9 ਤਰੀਕ ਨੂੰ ਡੇਟ ਹੈ, ਇੱਕ 12 ਤਰੀਕ ਨੂੰ ਡੇਟ ਹੈ। ਸੋ ਉਹ ਜੇ ਹੋ ਜਾਂਦੀਆਂ ਆ, ਮੈਂ ਇਹਨਾਂ ਬੱਚਿਆਂ ਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਯਾਰ ਤੁਸੀਂ ਸਾਰੇ ਇਕੱਠੇ ਹੋ ਜਾਓ। ਮੈਨੂੰ ਲੱਗਦਾ ਕਿ ਜਿੰਨੇ ਐਜੀਟੇਸ਼ਨ ਵਾਲੇ ਹੈਗੇ ਆ ਉਹਦੇ ਵਿੱਚੋਂ ਕੁਛ ਤਾਂ ਡਿਪਾਰਟਮੈਂਟਲ ਪ੍ਰੋਬਲਮ ਆ। ਸਮੇਂ ਤੇ ਡਿਪਾਰਟਮੈਂਟ ਨੇ ਵੀ ਗਲਤੀਆਂ ਕੀਤੀਆਂ ਜਾਂ ਕਲੈਰਿਟੀ ਨਹੀਂ ਹੈਗੀ। ਤੇ ਦੂਜਾ ਹੈਗਾ ਜਿਹੜੀ ਭਰਤੀ ਵਾਲੇ ਇਸ਼ੂ, ਇਹ ਮੈਨੂੰ ਲੱਗਦਾ 80% 90% ਮੈਂ ਉਹਦੇ ਚੋਂ ਵੀ ਮਤਲਬ ਜੇ ਚਲੋ ਆ ਟਾਈਮ ਥੋੜਾ ਘੱਟ ਆ, ਉਹਦੇ 'ਚ ਇੱਕ ਪ੍ਰੋਬਲਮ ਇਹ ਆ ਰਹੀ ਆ ਕਿਉਂਕਿ ਪੋਲੀਟੀਕਲ ਬੰਦੇ ਤੇ ਬੇਵਿਸ਼ਵਾਸੀ ਆ, ਉਹ ਮੇਰੇ ਤੇ ਵਿਸ਼ਵਾਸ ਤਾਂ ਕਰਦੇ ਆ ਪਰ ਉਹਨਾਂ ਨੂੰ ਐ ਲੱਗਦਾ ਵੀ ਕੱਲ ਨੂੰ ਕੋਡ ਆਫ ਕੰਡਕਟ ਲੱਗ ਗਿਆ ਫਿਰ ਕੀ ਹੋਊਗਾ, ਕੱਲ ਨੂੰ ਫਿਰ ਹੋਰ ਕੋਈ ਸਰਕਾਰ ਆਈ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਸੋ ਦੈਟ ਇਜ਼ ਦਾ ਟਰਮੋਇਲ।
ਅਦਰਵਾਈਜ਼ ਪਿਛਲੇ ਸਮੇਂ 'ਚ ਦੇਖੋ ਸਕੂਲਾਂ ਦੇ ਵਿੱਚ ਤਾਂ ਐਟਲੀਸਟ ਮੈਂ ਕਹਿ ਸਕਦਾ, ਹਜੇ ਕਾਲਜਸ ਦੇ ਵਿੱਚ ਨਹੀਂ, ਮੈਂ ਕੋਈ ਸੈਟੀਸਫਾਈਡ ਨਹੀਂ ਹੈਗਾ, ਪਰ ਸਕੂਲਾਂ ਦੇ ਵਿੱਚ ਤਾਂ 80 85 90% ਕੰਮ ਹੋਇਆ। ਕਿਉਂਕਿ ਐਜੂਕੇਸ਼ਨ ਬੇੜੀਆਂ ਵਾਲਾ ਪੁਲ ਜਿਹੜਾ, ਮੈਂ ਇੱਕ ਵਾਰੀ ਗਿਆ ਉੱਥੇ ਕਾਂ ਵਾਲੇ ਪਤਨ ਹੁੰਦਾ ਸੀ, ਭੋਇਆ ਕਨਸਟੀਚੁਐਂਸੀ, ਭੋਇਆ ਚ ਵੀ ਹੁੰਦਾ ਸੀ। ਉੱਥੇ ਬੇਸਿਕਲੀ ਇੱਕ ਲਾਸਟ ਪਿੰਡ ਹੈ ਜਿਹੜਾ ਬਿਲਕੁਲ ਜਿੱਥੇ BSF ਦੀ ਜਿਹੜੀ ਪਿਕਟ ਹੈਗੀ ਆ, ਉੱਥੇ ਵੀ ਜਿਹੜੇ ਟੀਚਰ ਵੀ ਹੈਗੇ ਆ ਤੇ ਬੱਚੇ ਵੀ ਹੈਗੇ ਆ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਓਵਰਆਲ ਐਜੂਕੇਸ਼ਨ ਜਿਹੜੀ ਆ, ਔਰ ਮੈਂ ਪੰਨੂ ਸਾਹਿਬ ਸੱਚੀ ਗੱਲ ਤਾਂ ਇਹ ਵੀ ਆ ਵੀ ਇਹ ਮਹਿਕਮਾ ਵੀ ਮੰਗ ਕੇ ਲਿਆ, ਕਿਉਂਕਿ ਮੇਰੇ ਜ਼ਿਹਨ 'ਚ ਇੱਕੋ ਹੀ ਗੱਲ ਹੈ ਕਿ ਜੇ ਸਾਡਾ ਹਿਊਮਨ ਰਿਸੋਰਸਿਸ ਅਸੀਂ ਉਹਨੂੰ ਸਮੇਂ ਦਾ ਹਾਣੀ ਨਾ ਬਣਾਇਆ, ਉਹਨੂੰ ਇੰਪਲੋਏਬਿਲਿਟੀ ਤੱਕ ਨਹੀਂ ਲੈ ਕੇ ਗਏ, ਤਾਂ ਅਸੀਂ ਸੜਕਾਂ ਪੁਲ ਇਹ ਜੋ ਮਰਜ਼ੀ ਬਣਾ ਲਈਏ, ਲੇਕਿਨ ਉਹ ਸਾਡੀ ਜਿਹੜੀ ਜਨਰੇਸ਼ਨ ਆ, ਜੇ ਉਹਦੀ ਉਸ ਤਰ੍ਹਾਂ ਦੀ ਜਿਹੜੀ ਆ ਥਾਟ ਪ੍ਰੋਸੈਸ 'ਚ ਨਾ ਆਏ, ਤਾਂ ਉਹ ਸਾਡਾ ਵੱਡਾ ਨੁਕਸਾਨ ਆ, ਜਿਹੜਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਅੱਜ ਅਸੈਸ ਨਹੀਂ ਕਰ ਰਹੇ, ਲੇਕਿਨ ਆਉਣ ਵਾਲੇ ਸਮੇਂ 'ਚ ਸਾਡਾ ਉਹ ਵੱਡਾ ਨੁਕਸਾਨ ਹੈ। ਡਾਕਟਰ ਸਿੰਘ, ਜਿਹੜੀ ਤੁਸੀਂ ਬੇਵਿਸ਼ਵਾਸੀ ਦੀ ਗੱਲ ਕਰਦੇ ਹੋ, ਇਹ ਬੇਵਿਸ਼ਵਾਸੀ ਤਕਰੀਬਨ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਪੋਲੀਟੀਸ਼ੀਅਨਾਂ ਦੇ ਉੱਤੇ ਹੋ ਗਈ। ETT ਟੈਟ ਪਾਸ ਸੀਗੇ, ਉਹ ਦੋ ਧੜੇ ਉਹਦੇ ਵਿੱਚੋਂ ਬਣਾਤੇ ਵੀ ਇੰਨੇ ਨੰਬਰ ਹੁਣ ਦੇ ਦਿੱਤੇ, ਉਹ ਭਿੜੀ ਗਏ। ਕੋਈ ਕਿਤੇ ਭਿੜੀ ਜਾਂਦਾ, ਕੋਈ ਕਹਿੰਦਾ ਜੀ ਸਾਨੂੰ ਪੱਕਿਆਂ ਕਰ ਦਿਓ, ਇਹਨਾਂ ਨੇ ਇਦਾਂ, ਉਹ ਮੈਰੀਟੋਰੀਅਸ ਵਾਲਿਆਂ ਨੇ ਆਪਣੀਆਂ ਤਨਖਾਹਾਂ ਘਟਾ ਲਈਆਂ, ਕੁਝ ਉਹਦੇ ਵਿੱਚੋਂ ਛੱਡ ਦਿੱਤੇ। ਇਹ ਸਾਰਾ ਕੁਝ ਜਿਹੜਾ ਤੁਸੀਂ, ਕਿਉਂਕਿ ਸੈਂਟਰ ਦੇ ਤੁਸੀਂ ਕਹਿਤਾ ਕਿ ਉਹਨਾਂ ਦੇ ਕਰਕੇ ਪਾਈਲ ਅਪ ਹੋ ਗਿਆ, ਜੋ ਕੀ ਇਹਦੇ ਵਿੱਚ ਪੰਜਾਬ ਦਾ ਵੀ ਕੋਈ ਰੋਲ ਰਿਹਾ ਇਹਨੂੰ ਸਾਰੇ ਨੂੰ ਇਹ ਕੜਮੱਸ ਜਿਹੜਾ ਉਹ ਪੈਦਾ ਕਰਨ ਦੇ ਵਾਸਤੇ? ਮੈਨੂੰ ਲੱਗਦਾ ਦੇਖੋ ਟਾਈਮ ਟੂ ਟਾਈਮ ਕੁਝ ਸਾਡੇ ਹੁਣ ਬੇਸਿਕਲੀ 180 ਜਿਹੜੇ ਇੱਕ 180 ਬੱਚੇ ਹੈਗੇ ਆ, ਉਹਦੇ ਵਿੱਚ ਡਿਪਾਰਟਮੈਂਟ ਨੇ ਗਲਤੀ ਕੀਤੀ ਆ, ਲੇਕਿਨ ਉਹਦੇ 'ਚ ਹੋਇਆ ਕਿ ਵੀ ਉਹਨਾਂ ਨੂੰ ਐਕਚੁਅਲੀ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਜੁਆਇਨ ਕਰਾ ਲਿਆ। ਅੱਛਾ, ਨਾ ਉਹਨਾਂ ਨੂੰ ਕੱਢਿਆ, ਨਾ ਫਿਰ ਮੁੜ ਕੇ ਇਹਨਾਂ ਨੂੰ ਜੁਆਇਨ ਕਰਾਇਆ, ਲੇਕਿਨ ਅੰਡਰ ਪ੍ਰੋਟੈਸਟ ਕਰਾਇਆ, ਲੇਕਿਨ ਉਹਨਾਂ ਦੀ ਪੇ ਡਿਸਪੈਰਿਟੀ ਹੈਗੀ। ਮਤਲਬ ਇਦਾਂ ਦੀਆਂ ਐਡਮਿਨਿਸਟ੍ਰੇਟਿਵ ਟਾਈਮ ਟੂ ਟਾਈਮ ਗਲਤੀਆਂ ਵੀ ਹੋਈਆਂ ਆ, ਮੈਂ ਨਹੀਂ ਕਹਿੰਦਾ ਵੀ ਗਲਤੀਆਂ ਨਹੀਂ ਹੋਈਆਂ, ਬਟ ਅਨਫੋਰਚੂਨੇਟਲੀ ਕਿਉਂਕਿ ਹੁਣ ਜਦੋਂ 2011 ਦੀ ਗੱਲ ਚੱਲ ਰਹੀ ਆ, ਇਹ 2021 ਆ ਗਿਆ, 21 ਦੇ ਵਿੱਚ ਸਮਾਂ ਬਹੁਤ ਹੋ ਗਿਆ, ਉਹ ਪਾਈਲ ਅਪ ਹੋ ਗਈਆਂ, ਉਹਦੇ ਕਰਕੇ ਐਡਮਿਨਿਸਟ੍ਰੇਟਿਵ ਡਿਸੀਜਨ ਲੈਣ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਉਹ ਤੰਗੀ ਜਿਹੜੀ ਆਉਂਦੀ ਹੈਗੀ ਆ, ਕਿਉਂਕਿ ਅੱਜ ਉਹ ਜਿਹੜੇ ਪ੍ਰੋਵੀਜ਼ਨਸ ਆ ਅੱਜ ਉਹ ਲਾਅ ਨਹੀਂ ਕਰਦੇ, ਕਿਉਂਕਿ ਐਜੂਕੇਸ਼ਨ ਇਜ਼ ਏ ਕੰਕਰੈਂਟ ਇਨ ਦਾ ਕੰਕਰੈਂਟ ਲਿਸਟ। ਅੱਛਾ, ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਆ ਉਹ ਕੁਝ ਹੋਰ ਕਹਿੰਦੀਆਂ। ਜਦੋਂ ਅਸੀਂ ਥੋੜੀ ਵੀ ਡਿਵਰਸੀਫਿਕੇਸ਼ਨ ਕਰਦੇ ਆ, ਹੁਣ ਮੰਨ ਲਓ ਟੈਟ ਵਾਲੇ ਆ ਤੇ BEd ਵਾਲੇ ਆ, ਅੱਛਾ ਜਿਹੜੀ ਟੈਟ ਵਾਲੇ ਆ ਉਹ ਕਹਿੰਦੇ ਜੀ ਇਦਾਂ ਹੋਣਾ ਚਾਹੀਦਾ, BEd ਵਾਲੇ ਕਹਿੰਦੇ ਇਦਾਂ ਹੋਣਾ ਚਾਹੀਦਾ, ਇਹਨਾਂ ਦੀ ਆਪਸ ਵਿੱਚ ਕਨਫਲਿਕਸ਼ਨ ਬੜੀ ਹੈਗੀ ਆ। ਉਹ ਕਿਹਨੇ ਖੜੀ ਕੀਤੀ? ਨਹੀਂ, ਉਹ ਟਾਈਮ ਟੂ ਟਾਈਮ ਸਿਸਟਮ ਨੇ ਖੜੀ ਕੀਤੀ। ਦੇਖੋ ਜਦੋਂ ਡਿਵਰਸੀਫਿਕੇਸ਼ਨ ਹੋ ਗਈ, ਮੰਨ ਲਓ ਜਿਹੜੀ ਸਾਡੀ ਪ੍ਰਾਇਮਰੀ ਐਜੂਕੇਸ਼ਨ ਆ, ਉਹਦੇ 'ਚ ਜਿਹੜਾ ਲਿਮਟਿਡ ਜਿਹੜੀ ਹੈਗੀ ਆ ਡਿਗਰੀ ਦੀ ਜ਼ਰੂਰਤ ਹੈਗੀ ਆ, ਉਹਦੇ ਵਿੱਚ ਹੁਣ ਕੀ ਹੋਇਆ, ਗਵਰਨਮੈਂਟ ਆਫ ਇੰਡੀਆ ਨੇ ਵੀ ਐਡ ਆਨ ਕਰਤੀ। ਮੰਨ ਲਓ ਕਿਤੇ 16 'ਚ ਅਮੈਂਡਮੈਂਟ ਹੋ ਗਈ, ਹੁਣ ਜਿਹੜੇ 11 ਵਾਲੇ ਕੇਸ ਆ 16 'ਚ ਅਮੈਂਡਮੈਂਟ ਹੋ ਗਈ, ਕਿਤੇ 19 'ਚ ਅਮੈਂਡਮੈਂਟ ਹੋ ਗਈ, ਉਹ ਅੱਜ ਸੂਟ ਨਹੀਂ ਕਰਦੇ। ਉਹਨੇ ਬੇਸਿਕਲੀ ਜਦੋਂ ਅਮੈਂਡਮੈਂਟਸ ਹੁੰਦੀਆਂ ਟਾਈਮ ਟੂ ਟਾਈਮ ਉਹਨੇ ਤਾਂ ਬਦਲਦੇ ਹੀ ਰਹਿਣਾ, ਜਦੋਂ ਬਦਲਦੇ ਰਹਿਣਾ ਤੇ ਉਹਦੇ ਮਾਇਨੇ ਜਿਹੜੇ ਡਿਫਰੈਂਟ ਨਿਕਲੇ ਆਉਂਦੇ ਆ। ਉਹ ਜਦੋਂ ਡਿਫਰੈਂਟ ਨਿਕਲੇ ਆਉਂਦੇ ਆ, ਉਹ ਬੱਚੇ ਫੇਰ ਕਹਿੰਦੇ ਵੀ ਦੇਖੋ ਜੀ ਸਾਡੇ ਨਾਲ ਉਦੋਂ ਇਦਾਂ ਹੋਇਆ, ਸਾਡੇ ਨਾਲ ਉਦੋਂ ਇਦਾਂ ਹੋਇਆ। ਐਕਚੁਅਲੀ ਮੈਨੂੰ ਐ ਲੱਗਦਾ ਕਿ ਸਾਨੂੰ ਦੋ ਚੀਜ਼ਾਂ ਕਰਨ ਦੀ ਜ਼ਰੂਰਤ ਹੈ, ਜਿੰਨੀ ਮੈਨੂੰ ਗੱਲ ਸਮਝ ਆਈ ਆ। ਇੱਕ ਤਾਂ ਇਹ ਜਿਹੜਾ 31,000 ਹੈ, ਇਹਦੀ ਅੱਜ ਦੇ ਜੋ ਲੇਟੈਸਟ ਰੂਲ ਹੈਗੇ ਆ ਉਹਦੇ ਮੁਤਾਬਕ ਭਰਤੀ, ਔਰ ਦੂਜਾ ਇਹ ਆ ਕਿ ਉਹ ਬੱਚੇ ਜਿਹੜੇ ਉਦੋਂ ਵੀ ਐਲੀਜੀਬਲ ਸੀ ਉਹਨਾਂ ਨੂੰ ਏਜ ਰਿਲੈਕਸੇਸ਼ਨ, ਕਿਉਂਕਿ ਉਹਨਾਂ ਦਾ ਜਿਹੜੀ ਗ੍ਰੀਵੈਂਸ ਹੈ ਵੀ ਅਸੀਂ ਓਵਰਏਜ ਹੋ ਜਾਵਾਂਗੇ। ਇਹ ਦੋ ਚੀਜ਼ਾਂ ਜੇ ਇਹ ਸਾਰੇ ਜਣੇ ਇਕੱਠੇ ਹੋ ਕੇ ਸਾਨੂੰ ਅਲਾਉ ਕਰ ਦੇਣ, ਤੇ ਮੈਨੂੰ ਲੱਗਦਾ ਕਿ ਇਹ 2-3-4 ਮਹੀਨਿਆਂ ਤੱਕ, ਮਤਲਬ ਮੈਂ ਤਾਂ ਨਹੀਂ ਕਹਿੰਦਾ ਵੀ ਓਵਰਨਾਈਟ ਤਾਂ ਨਹੀਂ ਹੋ ਸਕਦੀ, ਕਿਉਂਕਿ ਜੇ 31,000 ਦੀ ਭਰਤੀ ਹੈਗੀ ਆ ਤਾਂ ਉਹਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਵੀ ਹੈਗੀਆਂ, ਕਿਉਂਕਿ ਕੰਡਕਟ ਕਰਾਉਣ ਨੂੰ ਵੀ ਸਮਾਂ ਲੱਗੂਗਾ, ਸਾਰੇ ਕਾਸੇ ਨੂੰ ਸਮਾਂ ਲੱਗੂ, ਬਟ ਇਟ ਇਜ਼ ਡੂਏਬਲ। ਜੇ ਚਲੋ ਤੁਹਾਡੇ ਤੋਂ ਇਹ ਗੱਲ ਇਸ ਕਰਕੇ ਪੁੱਛੀ ਜਾ ਸਕਦੀ ਹੈ ਕਿ ਤੁਹਾਡਾ ਜਵਾਬ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਪੋਲੀਟੀਸ਼ੀਅਨ ਵਾਲਾ ਨਹੀਂ ਹੋਊਗਾ, ਕਿਉਂਕਿ ਤੁਸੀਂ ਪੰਜਾਬ ਦਾ ਭਲਾ ਸੋਚਣ ਵਾਲਿਆਂ ਦੇ ਵਿੱਚੋਂ ਹੈਗੇ ਹੋ, ਨਾ ਪਤਾ ਚਾਹੇ ਕਹਿਣ ਨੂੰ ਕੋਈ ਕੁਝ ਕਹੀ ਚੱਲੇ, ਕਿ ਇਸ ਟਰਮ ਦੇ ਵਿੱਚ ਤਾਂ ਫਿਰ ਪੂਰਾ ਨਹੀਂ ਹੋ ਸਕਦਾ ਇਹ। ਨਹੀਂ, ਇਸ ਟਰਮ 'ਚ ਮਤਲਬ ਐਟਲੀਸਟ ਜੇ ਅਸੀਂ ਪ੍ਰੋਸੈਸ ਸ਼ੁਰੂ ਕਰ ਲਈਏ ਇਹ, ਕਿਉਂਕਿ ਉਸ ਪ੍ਰੋਸੈਸ ਨੂੰ ਬੇਸਿਕਲੀ ਇਲੈਕਸ਼ਨ ਕਮਿਸ਼ਨ ਵੀ ਰੋਕ ਨਹੀਂ ਸਕਦਾ। ਜੇ ਅਸੀਂ ਇਹ ਪ੍ਰੋਸੈਸ ਸ਼ੁਰੂ ਹੋ ਜਾਂਦਾ ਆ ਤਾਂ ਦੈਨ ਮੈਨੂੰ ਲੱਗਦਾ ਕਿ ਇਹ ਮਾਰਚ ਤੋਂ ਪਹਿਲਾਂ ਨੈਕਸਟ ਸੈਸ਼ਨ ਤੋਂ ਪਹਿਲਾਂ ਇਹ ਸਾਰੀ ਕੰਪਲੀਟ
ਜਿਹੜਾ ਪ੍ਰੋਸੈਸ ਹੈ ਸਾਰਾ ਕੰਪਲੀਟ ਹੋ ਸਕਦਾ। ਹੁਣ ਤੁਸੀਂ ਸਿਸਟਮ ਦੇ ਵਿੱਚ ਹੋ, ਕੀ ਸਿਸਟਮ ਦੇ ਕੋਲੇ ਉਹਦੇ ਕੋਲੇ ਇੰਨੇ ਕੁ ਪੈਸੇ ਹੈਗੇ ਆ ਕਿ ਟੀਚਰਸ ਜਿਹੜੇ ਨੇ ਉਹਨਾਂ ਦੀ ਰੈਗੂਲਰ ਭਰਤੀ ਕੀਤੀ ਜਾ ਸਕੇ, ਜਾਂ ਇਹ ਕੰਟਰੈਕਟ ਵਾਲੇ ਹੀ ਉਸੇ ਤਰੀਕੇ ਨਾਲ? ਨਹੀਂ, ਇਹ ਤਾਂ ਮੇਰੇ ਕੋਲ ਰੈਗੂਲਰ ਪੋਸਟਾਂ ਹੈਗੀਆਂ, ਮੈਂ ਤਾਂ ਕੋਈ ਕੰਟਰੈਕਟ ਦੀਆਂ ਪੋਸਟਾਂ ਸੈਂਕਸ਼ਨ ਕਰਾਈਆਂ ਹੀ ਨਹੀਂ। ਜਿਹੜੀਆਂ ਹੁਣ ਸਾਡੇ ਕੋਲ 11,880 ਪੋਸਟਾਂ ਜਿਹੜੀਆਂ, ਰਾਦਰ ਕਿ 12,880 ਜਿਹੜੀਆਂ ਹੁਣ ਹੋਈਆਂ, ਔਰ ਜਿਹੜੀ ਸਾਡੀ 2364 ਦੀ ਇੱਕ ਭਰਤੀ ਹੈਗੀ ਆ, ਇੱਕ 6635 ਹੈਗੀ ਆ, ਇੱਕ 8393 ਆ। ਇਹਨੂੰ ਜੇ ਸਾਰੇ ਨੂੰ ਇਕੱਠਾ ਕਰ ਲਿਆ ਜਾਵੇ, ਇਹ ਆਲਰੇਡੀ ਸੈਂਕਸ਼ਨਡ ਪੋਸਟਾਂ ਹੈਗੀਆਂ। ਬਟ ਕਿਉਂਕਿ ਇਹਨਾਂ ਦਾ ਆਪਸ ਵਿੱਚ ਕਨਫਲਿਕਸ਼ਨ ਹੈਗਾ, ਇਸ ਕਰਕੇ ਇਹ ਪ੍ਰੋਸੈਸ ਪੂਰਾ ਨਹੀਂ ਹੋ ਸਕਦਾ। ਇਹ ਪੰਨੂ ਸਾਹਿਬ, ਇਹ ਭਾਵੇਂ ਮੈਨੂੰ ਲੱਗਦਾ ਜਿੱਦਾਂ ਇਹ ਤੁਰਿਆ ਕੰਮ, ਜੇ ਅਸੀਂ ਇਹਦੇ ਤੇ ਸੁਹਿਰਦਤਾ ਨਹੀਂ ਦਿਖਾਉਂਦੇ, ਜੇ ਸਾਰੀਆਂ ਯੂਨੀਅਨ ਜਾਂ ਸਾਰੇ ਗਰੀਬਡ ਇਕੱਠੇ ਹੋ ਕੇ ਆਮ ਸਹਿਮਤੀ ਨਹੀਂ ਬਣਦੀ, ਇਹ ਹੋ ਸਕਦਾ 2031 ਵੀ ਆ ਜਾਵੇ। ਕਿਉਂਕਿ ਕੋਰਟਾਂ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਲਾਅ ਕਰਨਾ, ਉਹਦੇ ਵਿੱਚ ਕੋਈ ਨਾ ਕੋਈ ਐਗਰੀਮੈਂਟ ਤਾਂ ਹੋਣਾ ਹੀ ਆ, ਉਹਨੇ ਕੋਰਟ 'ਚ ਚਲੇ ਜਾਣਾ। ਅਸੀਂ ਕਿ ਜਦ ਕਿ ਇੱਕ ਪਿਛਲੀ ਭਰਤੀ ਸੀਗੀ ਜਿਹੜੀ ਸਾਡੀ ਸਟਕ ਡਾਊਨ ਹੋਈ ਆ, ਅਸੀਂ ਇਹ ਵੀ ਕਿਹਾ ਸੀ ਵੀ ਸਾਨੂੰ ਜਾਂ ਇਦਾਂ ਲਾਅ ਕਰ ਦਿਓ, ਜਾਂ ਇਦਾਂ ਲਾਅ ਕਰ ਦਿਓ, ਜਾਂ ਇਦਾਂ ਲਾਅ ਕਰ ਦਿਓ। ਉਹਨੇ ਕਿਹਾ ਜੀ ਵੀ ਜੇ ਇਦਾਂ ਲਾਅ ਕਰ ਦਿਓ, ਇਦਾਂ ਲਾਅ ਕਰ ਦਿਓ, ਜਾਂ ਤੀਜੇ ਤਰ੍ਹਾਂ ਲਾਅ ਕਰ ਦਿਓ, ਤਾਂ ਫਿਰ ਹੋ ਸਕਦਾ ਕੋਈ ਬੰਦਾ ਇਹਦੀ ਜਿਹੜੀ ਆ, ਇਹਨੂੰ ਜਦੋਂ ਭਰਤੀ ਹੋਣੀ ਸੀ ਉਦੋਂ ਈਵਨ ਕਿ ਐਪਲੀਕੇਸ਼ਨ ਦੇਣ ਤੋਂ ਹੀ ਵਾਂਝਾ ਰਹਿ ਗਿਆ ਹੋਵੇ। ਸੋ ਗੱਲ ਤਾਂ ਕੋਰਟ ਦੀ ਗੱਲ ਸਮਝ ਆਉਂਦੀ ਹੈਗੀ ਆ। ਸੋ ਅਨਫੋਰਚੂਨੇਟਲੀ ਇਹ ਸਾਰਾ ਕੁਝ ਹੋਇਆ। ਇਹ ਤੋਂ ਥੋੜਾ ਜਿਹਾ, ਕਿਉਂਕਿ ਮੈਂ ਸਿਰਫ ਐਜੂਕੇਸ਼ਨ ਦੇ ਉੱਤੇ ਤੁਹਾਡੇ ਨਾਲ ਗੱਲ ਨਹੀਂ ਕਰਨੀ, ਜਿਹੜੇ ਬਾਕੀ ਵੀ ਮਹਿਕਮੇ ਨੇ ਇਹਦੇ ਨਾਲ ਇੱਕ ਰਿਲੇਟਡ ਜਿਹੜਾ ਤੁਸੀਂ ਕੀਤਾ ਪੰਜਾਬੀ ਭਾਸ਼ਾ ਵਾਲਾ ਜਿਹੜਾ ਉਹ ਕੀਤਾ, ਕਿਉਂਕਿ ਇੱਕ ਸਮੱਸਿਆ ਜਿਹੜੀ ਪਿਛਲੇ ਸਮੇਂ ਤੋਂ ਰਹੀ ਕਿ ਕਰਦੀਆਂ ਤਾਂ ਸਰਕਾਰਾਂ ਰਹੀਆਂ, ਚਾਹੇ ਉਹ ਬਾਦਲ ਸਾਹਿਬ ਦੀ ਸਰਕਾਰ ਸੀ, ਉਹ ਵੀ ਬੜਾ ਕੁਝ ਕਹਿੰਦੀ ਰਹੀ ਪੰਜਾਬੀ ਭਾਸ਼ਾ, ਪਰ ਹੌਲੀ ਹੌਲੀ ਕਰਕੇ ਇਹ ਬੇਗਾਨੀ ਹੁੰਦੀ ਗਈ ਦਫ਼ਤਰਾਂ ਵਗੈਰਾ ਦੇ ਵਿੱਚੋਂ। ਜਿਹੜਾ ਤੁਸੀਂ ਉਹ ਕਰ ਦਿੱਤਾ, ਉਹਨੂੰ ਇੰਪਲੀਮੈਂਟ ਕਰਾਉਣ ਦੇ ਵਾਸਤੇ ਉਹਦੇ ਲਈ ਇੱਕ ਤਾਂ ਕਮਿਸ਼ਨ ਦੀ ਫਾਰਮੇਸ਼ਨ ਕਰ ਰਿਹਾ ਹੈਗਾ ਵੀ ਤਾਂ ਕਿ ਇੱਕ ਕਮਿਸ਼ਨ ਬਣਾ ਦਈਏ ਜਿਹੜਾ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਉਹ ਦੇਖੇ, ਔਰ ਉਹ ਵੀ ਇੰਡੀਪੈਂਡੈਂਟ ਕਮਿਸ਼ਨ ਜਿਹਦਾ ਬੈਕਗ੍ਰਾਉਂਡ ਪਿਓਰਲੀ ਪੰਜਾਬੀ ਦੀ ਹੋਵੇ, ਉਹਦੇ ਵਿੱਚ ਇੰਡੀਪੈਂਡੈਂਟ ਥਾਟ ਪ੍ਰੋਸੈਸ ਹੋਵੇ। ਇਹ ਨਹੀਂ ਹੈ ਕਿ ਕੋਈ ਜੇ ਚੰਗਾ ਕੋਈ ਬਿਊਰੋਕਰੈਟ ਵੀ ਮਿਲ ਜਾਵੇ ਉਹਦੀ ਇੰਪਲੀਮੈਂਟੇਸ਼ਨ ਕਰ ਦੇਵੇ, ਕੋਈ ਚੰਗਾ ਜੱਜ ਮਿਲ ਜਾਵੇ, ਕੋਈ ਚੰਗੇ ਲਿਖਾਰੀ ਜਿਹੜੇ ਆ ਉਹ ਮਿਲ ਜਾਣ, ਸੁਹਿਰਦ ਹੋਣ ਉਹਦੇ ਵਿੱਚ। ਅੱਛਾ, ਉਹਦੀ ਦੂਸਰਾ ਐਂਗਲ ਇਹ ਆ ਕਿ ਅਸੀਂ ਇੱਕ ਕਰ ਰਹੇ ਹੈਗੇ ਆ ਪੰਜਾਬੀ ਯੂਨੀਵਰਸਿਟੀ ਨਾਲ, ਉਹਨਾਂ ਦਾ ਜਿਹੜੀ ਖਾਸ ਕਰਕੇ ਅੱਜ ਦੀ ਟੈਕਨੋਲੋਜੀ ਨੂੰ ਯੂਜ਼ ਕਰਨ ਲਈ, ਸੋ ਦੈਟ ਕਿ ਈਜ਼ੀ ਟੂ ਇੰਪਲੀਮੈਂਟ ਇਨ ਦਾ ਜਿਹੜੇ ਆਫਿਸਿਸ ਵਗੈਰਾ। ਔਰ ਦੂਸਰੀ ਮੇਰੀ ਉਦੋਂ ਫਰਦਰ ਇਹ ਕੋਸ਼ਿਸ਼ ਹੈਗੀ ਆ ਕਿ ਇਹਦੇ ਵਿੱਚ ਐਕਚੁਅਲੀ ਹੋਇਆ ਕਿ ਪੰਨੂ ਸਾਹਿਬ, ਇਹ ਭਾਸ਼ਾ ਵਿਭਾਗ ਦਾ ਤੇ ਇੰਨਾ ਮਾੜਾ ਹਾਲ ਹੋ ਗਿਆ ਸੀ ਕਿ 23 ਜ਼ਿਲ੍ਹਿਆਂ 'ਚੋਂ 21 ਜ਼ਿਲ੍ਹਿਆਂ 'ਚ ਭਾਸ਼ਾ ਆਫਿਸਰ ਹੀ ਹੈ ਨਹੀਂ ਸੀ, ਤੇ ਕੋਈ ਈਵਨ ਕਿ ਉੱਥੇ ਧੂਪ ਬੱਤੀ ਕਰਨ ਵਾਲਾ ਵੀ ਹੈ ਨਹੀਂ ਸੀ। ਮੈਂ ਇਮੀਡੀਏਟਲੀ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਵਿੱਚੋਂ ਜਿਹੜੇ ਉਸ ਕੁਆਲੀਫਿਕੇਸ਼ਨ ਦੇ ਬੰਦੇ ਹੈਗੇ ਆ ਉਹਨਾਂ ਨੂੰ ਲੈ ਕੇ ਤਾਂ ਸਾਰੇ ਜ਼ਿਲ੍ਹਿਆਂ 'ਚ ਭਾਸ਼ਾ ਅਫਸਰ ਲਾਏ ਆ। ਉੱਥੇ ਇੱਕ ਪ੍ਰਗਟ ਸਿੰਘ ਜੀ ਜਿਹੜਾ ਸਵਾਲ ਉਹ ਕਹਿ ਰਿਹਾ ਕਿ ਉਹਨਾਂ ਦੀ ਬੈਕਗ੍ਰਾਉਂਡ ਪੰਜਾਬੀ ਨਹੀਂ ਹੈਗੀ, ਇਹ ਕੀ ਸਹੀ ਹੈ? ਉਹਨਾਂ ਦੀ ਬੈਕਗ੍ਰਾਉਂਡ ਇੰਗਲਿਸ਼ ਦੀ ਹੈ ਜਿਹੜੇ ਤੁਸੀਂ ਲਾਏ ਨੇ। ਉਹਦੇ 'ਚ ਮੈਂ ਚੈੱਕ ਕਰ ਲੈਣਾ, ਪਰ ਅਸੀਂ ਜੋ ਬੈਕਗਰਾਉਂਡ ਜਿਹੜੀ ਬੇਸਿਕਲੀ ਉਹਦੀ ਬੇਸਿਕ ਕੁਆਲੀਫਿਕੇਸ਼ਨ ਰਿਕੁਆਇਰਡ ਸੀਗੀ, ਅਸੀਂ ਉਸੇ ਕੁਆਲੀਫਿਕੇਸ਼ਨ ਦੀਆਂ ਐਪਲੀਕੇਸ਼ਨਾਂ ਮੰਗੀਆਂ ਸੀਗੀਆਂ। ਕੁਆਲੀਫਿਕੇਸ਼ਨ ਠੀਕ ਹੈ, ਪਰ ਉਹਨਾਂ ਦੀ, ਕਿਉਂਕਿ ਮੈਂ ਚੈੱਕ ਕੀਤੇ, ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਪੰਜਾਬੀ ਵਾਲੀ ਨਹੀਂ ਹੈ, ਉਹਨਾਂ ਦੇ ਵਿੱਚੋਂ ਕਾਫੀ ਸਾਰੇ। ਉਹਦੇ 'ਚ ਜੇ ਕੋਈ ਬਦਲਾਅ ਦੀ ਜ਼ਰੂਰਤ ਹੈਗੀ ਆ ਆਪਾਂ ਡੈਫੀਨੇਟਲੀ ਕਰ ਲਾਂਗੇ, ਕਿਉਂਕਿ ਦੇਖੋ ਕਈ ਵਾਰੀ ਗਲਤੀ ਵੀ ਹੋ ਜਾਂਦੀ, ਮੈਂ ਨਹੀਂ ਕਹਿੰਦਾ ਵੀ ਗਲਤੀ ਨਹੀਂ ਹੁੰਦੀ ਜਦੋਂ ਬੰਦਾ ਕੰਮ ਕਰਦਾ, ਉਹਦੇ ਵਿੱਚ ਵੀ ਜੇ ਕੋਈ ਗਲਤੀ ਵਾਲੀ ਗੱਲ ਹੈਗੀ ਤਾਂ ਉਹਨੂੰ ਅਸੀਂ ਕਰੈਕਸ਼ਨ ਕਰ ਲਾਂਗੇ। ਤੇ ਇਹਦੇ ਵਾਸਤੇ ਭਾਸ਼ਾ ਦੇ ਵਾਸਤੇ ਕੋਈ ਇਸ ਤਰ੍ਹਾਂ ਦੀ ਗੱਲ, ਕਿਉਂਕਿ ਅਜੇ ਕੁਝ ਨਹੀਂ ਪਤਾ ਇਲੈਕਸ਼ਨ 'ਚ ਕੀ ਹੋਣਾ ਕੀ ਨਹੀਂ। ਮੈਂ ਇੱਕ ਤੁਹਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਅਪੀਲ ਕੀਤੀ ਸੀ ਵੀ ਤੁਹਾਡੇ ਤੋਂ ਬੜੀ ਆਸ ਹੈ ਕਿ ਜੇ ਪੰਜਾਬੀ ਭਾਸ਼ਾ ਦੇ ਵਾਸਤੇ ਤੁਸੀਂ ਕੁਝ ਕਰ ਦਿਓ, ਕਿਉਂਕਿ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹ ਆਸ ਦੇ ਨਾਲ ਬੈਠੇ ਨੇ। ਮੈਂ ਤਾਂ ਅਸਲੀ ਗੱਲ ਹੈ ਪੰਨੂ ਸਾਹਿਬ, ਮੈਨੂੰ ਸਭ ਤੋਂ ਅਚੰਭਾ ਕਦੋਂ ਹੋਇਆ, ਮੈਂ ਪਿਛਲੇ 1000 ਬੱਚੇ ਦਾ ਡਾਟਾ ਮੰਗਾਇਆ ਜਿਨ੍ਹਾਂ ਨੇ PCS ਦੇ ਵਿੱਚ ਅਪੀਅਰ ਹੋਏ ਸੀਗੇ, ਉਹਦੇ ਵਿੱਚੋਂ ਸਿਰਫ 102 ਬੱਚਿਆਂ ਨੇ ਪੰਜਾਬੀ ਭਾਸ਼ਾ ਨੂੰ ਐਜ਼ ਏ ਵਿਸ਼ੇ ਦੇ ਤੌਰ ਤੇ ਆਪਟ ਕੀਤਾ ਸੀਗਾ, ਲੇਕਿਨ ਉਹਦੇ ਵਿੱਚੋਂ 90 ਬੱਚੇ ਜਿਹੜੇ ਆ ਪੰਜਾਬੀ ਚੋਂ ਫੇਲ ਹੋ ਗਏ। ਜਿਨ੍ਹਾਂ ਨੇ ਆਪਟ ਵੀ ਕੀਤਾ ਸੀ ਨਾ, ਇਹਦਾ ਮਤਲਬ ਇਹ ਹੋਇਆ ਕਿ ਥੱਲੜੇ ਲੈਵਲ ਤੇ ਸਾਡੀ ਪੰਜਾਬੀ ਭਾਸ਼ਾ ਦਾ ਕੀ ਹਾਲ ਹੈ। ਕਿਉਂਕਿ ਮੈਂ ਇੱਥੇ ਤੱਕ ਨਹੀਂ ਰਹਿਣ ਦੇਣੀ, ਕਿਉਂਕਿ ਦੇਖੋ ਮੇਰੀ ਉਹ ਤਾਂ ਓਵਰਆਲ ਮਨਜਿੰਦਰ ਸਿੰਘ ਸਰਚਾ ਫੇਲ ਹੋ ਗਏ ਨੇ, ਤੇ ਉੱਥੇ ਤੁਸੀਂ ਹੇਠਾਂ ਕੀ ਐਕਸਪੈਕਟ ਕਰ ਸਕਦੇ ਹੋ? ਜਿਹੜੇ ਕਿ ਇੱਕ ਧਾਰਮਿਕ ਸੰਸਥਾ ਦੇ ਪ੍ਰਧਾਨ ਸੀ, ਉਹ ਪੰਜਾਬੀ ਦਾ ਟੈਸਟ ਨਹੀਂ ਦੇ ਸਕੇ। ਇਹ ਬਦਕਿਸਮਤੀ, ਚਲੋ ਬਦਕਿਸਮਤੀ ਆ। ਦੇਖੋ ਹੋਇਆ ਕਿ ਪੰਨੂ ਸਾਹਿਬ, ਸਮੇਂ-ਸਮੇਂ ਤੇ ਜਦੋਂ ਵੀ ਅਸੀਂ
ਕਿਸੇ ਵੀ ਭਾਸ਼ਾ ਨੂੰ ਇਗਨੋਰ ਕਰਦੇ ਆ, ਹੌਲੀ ਹੌਲੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੁਝ ਲਫ਼ਜ਼ ਜਿਹੜੇ ਆ ਉਹ ਆਪਾਂ ਮਿਕਸ ਬੋਲਣ ਲੱਗ ਪਏ ਆ, ਕਿਉਂਕਿ ਅਦਰਵਾਈਜ਼ ਕਿਉਂਕਿ ਆਪਾਂ ਰੂਟੀਨ 'ਚ ਬੋਲਦੇ ਨਹੀਂ ਹੈਗੇ। ਅੱਛਾ, ਜਦੋਂ ਅਸੀਂ ਇਹਨੂੰ ਹੌਲੀ ਹੌਲੀ ਮੈਂ ਕਹਾਂ ਵੀ ਮੈਂ ਇਹਨੂੰ ਓਵਰਨਾਈਟ ਕੋਈ ਚੇਂਜ ਕਰ ਦੂੰਗਾ, ਓਵਰਨਾਈਟ ਬਦਲਾ ਲਿਆਵਾਂਗੇ, ਨਹੀਂ ਹੋ ਸਕਦਾ। ਪਰ ਹੌਲੀ ਹੌਲੀ ਪਨਿਸ਼ਮੈਂਟ ਦੇਖ ਕੇ ਵੀ ਉਹਦਾ ਸਿਸਟਮ ਨੂੰ ਉਹਨੂੰ ਠੀਕ ਕਰਕੇ ਵੀ, ਕਿਉਂਕਿ ਇਹ ਜਿੰਨਾ ਵੀ ਪੰਜਾਬ ਦੇਖੋ ਅਲਟੀਮੇਟਲੀ ਪੰਜਾਬੀ ਯੂਨੀਵਰਸਿਟੀ ਦਾ ਮੁੱਢਲਾ ਕੰਮ ਤਾਂ ਇਹੀ ਸੀ, ਠੀਕ ਹੈ ਨਾ, ਜਿਹੜੀ ਇਹ ਯੂਨੀਵਰਸਿਟੀ ਬਣੀ ਆ। ਔਰ ਉਹਦੇ ਵਿੱਚੋਂ ਅਸੀਂ ਉਹਨਾਂ ਨਾਲ ਈਵਨ ਕਿ MOU ਵੀ ਸਾਈਨ ਕਰ ਰਹੇ ਆ ਵੀ ਤਾਂ ਕਿ ਸਾਨੂੰ ਉਹਦੀ ਇੰਪਲੀਮੈਂਟੇਸ਼ਨ ਲਈ ਜਿਹੜਾ ਜੋ ਟੈਕਨੋਲੋਜੀ ਦੀ ਜ਼ਰੂਰਤ ਹੈਗੀ ਆ, ਜੋ ਅਸੀਂ ਕਰਨਾ ਚਾਹੁੰਦੇ ਆ। ਅੱਛਾ, ਉਹਦੇ 'ਚ ਹੋਇਆ ਕਿ ਹੁਣ ਸਾਡੇ ਕੋਲ ਜਿਹੜਾ ਭਾਸ਼ਾ ਵਿਭਾਗ ਪਟਿਆਲੇ ਦਾ ਹੈੱਡ ਆਫਿਸ ਆ, ਉਹਦੇ ਵਿੱਚ ਮੈਂ ਉਦੋਂ ਗਿਆ ਸੀ, 300 ਸਾਲ ਪੁਰਾਣੇ ਖਰੜੇ ਪਏ ਆ। ਅੱਛਾ, ਕਿਸੇ ਨੇ ਉਹਦੀ ਛਪਾਈ ਨਹੀਂ ਕਰਵਾਈ, ਕਿਸੇ ਨੇ ਉਹਨੂੰ ਡਿਜੀਟਲਾਈਜ਼ ਨਹੀਂ ਕੀਤਾ। ਅੱਛਾ, ਚੰਗੀਆਂ ਜਿਹੜੀਆਂ ਅੰਗਰੇਜ਼ੀ ਦੀਆਂ ਬੁੱਕਸ ਹੈ, ਰੈਫਰੈਂਸ ਬੁੱਕਸ ਆ, ਉਹਦਾ ਕਿਸੇ ਨੇ ਪੰਜਾਬੀ 'ਚ ਅਨੁਵਾਦ ਨਹੀਂ ਕਰਾਇਆ, ਕਿਉਂਕਿ ਸਾਡੇ ਬੱਚਿਆਂ ਨੂੰ ਜੇ ਚੰਗਾ ਲਿਟਰੇਚਰ ਪੜ੍ਹਨ ਨੂੰ ਨਹੀਂ ਮਿਲੂਗਾ ਪੰਜਾਬੀ 'ਚ, ਫਿਰ ਹੌਲੀ ਹੌਲੀ ਕਿਉਂਕਿ ਜਿਹੜੇ ਵੀ ਬੱਚੇ ਨੇ ਹਾਇਰ ਐਜੂਕੇਸ਼ਨ ਦੇ ਵਿੱਚ ਜਾਣਾ ਜਾਂ ਕੰਪੀਟੀਸ਼ਨ ਦੇ ਵਿੱਚ ਜਾਣਾ, ਜੇ ਪੰਜਾਬੀ ਦੇ ਵਿੱਚ ਉਹਦੇ ਕੋਲ ਚੰਗੀਆਂ ਬੁੱਕਸ ਨਹੀਂ ਹੋਣਗੀਆਂ ਤਾਂ ਫਿਰ ਉਹ ਅਲਟੀਮੇਟਲੀ ਆਪਣੇ ਆਪ ਨੂੰ ਹੈਂਡੀਕੈਪ ਫੀਲ ਕਰਦਾ ਵੀ ਯਾਰ ਮੈਂ ਚੰਗਾ ਪੜ੍ਹ ਕੇ ਨਹੀਂ ਚੱਲਿਆ। ਸੋ ਭਾਸ਼ਾ ਵਿਭਾਗ ਦਾ ਉਹਦਾ ਚੇਂਜ ਕਰਨ ਦੇ ਵਾਸਤੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਕਾਇਆ ਕਲਪ ਹੋ ਜਾਊਗਾ, ਤਾਂ ਉਹਦੇ ਵਾਸਤੇ ਕੁਝ ਨਾ ਕੁਝ ਪ੍ਰੋਗਰਾਮ ਹੈ ਨੇ। ਹਾਂ, ਡੈਫੀਨੇਟਲੀ। ਇੱਕ ਤਾਂ ਅਸੀਂ ਕਮਿਸ਼ਨ ਬਣਾ ਰਹੇ ਉਹਦੀ ਇੰਪਲੀਮੈਂਟੇਸ਼ਨ ਲਈ, ਇੱਕ ਅਸੀਂ ਬੇਸਿਕਲੀ ਜੋ ਉਹਨੂੰ ਜਿਹੜੀ ਉਹਦੀ ਛਪਾਈ ਕਰਵਾ ਕੇ ਜੋ ਉਹਦਾ ਡਿਜੀਟਲਾਈਜੇਸ਼ਨ ਆ, ਤਾਂ ਕਿ ਬੱਚਿਆਂ ਨੂੰ ਆਨਲਾਈਨ ਇਹ ਸਾਰਾ ਕੁਝ ਰੈਫਰੈਂਸ ਲਈ ਮਿਲੇ ਤਾਂ ਸਹੀ, ਫੇਰ ਹੀ ਬੱਚਿਆਂ ਨੂੰ ਆਪਾਂ ਕਵਾਂਗੇ। ਕੁਝ ਇਸ ਤਰ੍ਹਾਂ ਦਾ ਕਰੋਗੇ ਕਿ ਚਾਹੇ ਤੁਸੀਂ ਇਸ ਅਹੁਦੇ ਦੇ ਉੱਤੇ ਨਾ ਵੀ ਰਹੋ ਤੇ ਉਹ ਬਦਲ ਨਾ ਸਕੇ ਕੁਝ? ਨਹੀਂ, ਜਿਹੜਾ ਤਾਂ ਮੈਂ ਇਸ ਮਤਲਬ ਇਸ ਟਨਿਓਰ ਤੋਂ ਪਹਿਲਾਂ ਮੇਰੀ ਕੋਸ਼ਿਸ਼ ਇਹ ਹੈਗੀ ਆ ਕਿ ਜਿਹੜਾ ਕਮਿਸ਼ਨ ਹੈ ਉਹ ਬਣ ਜਵੇ। ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਉਹਦੇ ਵਿੱਚ ਇਹਨੂੰ ਸਰਕਾਰੀ ਕਮਿਸ਼ਨ ਨਾ ਰਹਿਣ ਦਿਓ ਇਹਨੂੰ, ਕਿਉਂਕਿ ਅਲਟੀਮੇਟਲੀ ਤਾਂ ਮੈਂ ਦੇਖਿਆ ਜਿਹੜੇ ਮਰਜ਼ੀ ਤੁਸੀਂ ਰੂਲ ਬਣਾ ਲਓ, ਪਰ ਜੇ ਉੱਥੇ ਬੰਦਾ ਹੈਗਾ ਤੇ ਉਹ ਰੂਲ ਹੈਗੇ ਆ, ਜੇ ਬੰਦਾ ਨਹੀਂ ਹੈਗਾ ਤਾਂ ਰੂਲ ਹੈ ਨਹੀਂ ਗੇ। ਸੋ ਸਾਨੂੰ ਸਾਰਿਆਂ ਨੂੰ ਸੁਹਿਰਦ ਹੋਣ ਦੀ ਜ਼ਰੂਰਤ ਹੈ, ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ, ਚਾਹੇ ਉਹ SGPC ਆ, ਚਾਹੇ ਉਹ ਜਿਹੜੇ ਵੀ ਲੈਵਲ ਤੇ ਅਸੀਂ ਇਹਨੂੰ ਪ੍ਰਮੋਟ ਕਰ ਸਕਦੇ ਹਾਂ। ਪਰ ਇੰਨਾ ਜ਼ਰੂਰ ਹੈ ਵੀ ਜਿੰਨੇ ਪ੍ਰਾਈਵੇਟ ਸਕੂਲ ਆ, ਕਈ ਵਾਰੀ ਕੀ ਹੁੰਦਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਇੱਥੋਂ ਤੱਕ ਵੀ ਆ ਕਿ ਜੇ ਪੰਜਾਬੀ ਤੁਸੀਂ ਬੋਲਦੇ ਆ ਸਕੂਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਉਹ ਇਹ ਮਹਿਸੂਸ ਤੁਹਾਨੂੰ ਕਰਾਉਂਦੇ ਆ ਵੀ ਸ਼ਾਇਦ ਤੁਸੀਂ ਕਿਸੇ ਪਾਸਿਓਂ ਕਮਜ਼ੋਰ ਆ। ਇਹ ਬੱਚਿਆਂ ਦੇ ਵਿੱਚ ਇਦਾਂ ਦੀ ਹੀਨ ਭਾਵਨਾ ਨਹੀਂ ਆਉਣ ਦੇਣੀ ਚਾਹੀਦੀ, ਔਰ ਨਾ ਮੈਂ ਆਉਣ ਦੇਣੀ ਆ, ਕਿਉਂਕਿ ਜੇ ਕੋਈ ਇਦਾਂ ਦਾ ਕਰੂਗਾ ਵੀ, ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਜੇ ਅਸੀਂ ਇਹ ਛੱਡ ਹੀ ਗਏ ਸਾਰਾ ਕੁਝ, ਫਿਰ ਐਂਡ ਆਫ ਦਾ ਡੇ ਤਾਂ ਹੌਲੀ ਹੌਲੀ ਇਹ ਮੁੱਕ ਜਾਊਗਾ ਕੰਮ। ਜੇ ਭਾਸ਼ਾ ਮੁੱਕ ਗਈ, ਸਾਡੀ ਮਾਂ ਬੋਲੀ ਮੁੱਕ ਗਈ, ਤਾਂ ਫਿਰ ਬਹੁਤ ਚੀਜ਼ਾਂ ਇਹਦੇ ਨਾਲ ਮੁੱਕ ਜਾਣਗੀਆਂ। ਦੂਜਾ ਜਿਹੜਾ ਮਹਿਕਮਾ ਤੁਹਾਡੇ ਕੋਲੇ ਉਹ ਹੈਗਾ NRIs ਦਾ, ਜਿਹੜੇ ਪ੍ਰਵਾਸੀ ਪੰਜਾਬੀਆਂ ਦਾ। ਪ੍ਰਗਟ ਸਿੰਘ ਜੀ, ਇਹ ਤੁਸੀਂ ਵੀ ਜਾਣਦੇ, ਤੁਹਾਡਾ ਡਾਇਰੈਕਟ ਲਿੰਕ ਵੀ ਉਹਨਾਂ ਦੇ ਨਾਲ ਹੈਗਾ, ਉਹ ਚਾਹੇ ਪਰਿਵਾਰਕ ਤੌਰ ਦੇ ਉੱਤੇ ਹੈ ਚਾਹੇ ਦੂਸਰਾ ਹੈ। ਉਹ ਪਤਾ ਨਹੀਂ ਕਿਉਂ ਉਹਨਾਂ ਦੀਆਂ ਐਕਸਪੈਕਟੇਸ਼ਨਸ ਲਗਭਗ ਸਮਾਪਤ ਹੋ ਗਈਆਂ। ਉਹ ਬੜੀ ਤੇਜ਼ੀ ਦੇ ਨਾਲ ਇੱਥੋਂ ਵੇਚ ਵੱਟ ਕੇ ਚਲੇ ਜਾਣਾ ਚਾਹੁੰਦੇ ਆ। ਬੱਚੇ ਸਾਡੇ ਬੜੀ ਤੇਜ਼ੀ ਨਾਲ ਜਾ ਰਹੇ, ਉਹਨਾਂ ਦੇ ਪੇਰੈਂਟਸ ਗਾਂ ਚਲੇ ਜਾਣੇ ਆ। ਤੁਸੀਂ ਇਹ ਕਦੀ ਇਹਦੇ ਉੱਤੇ ਸੋਚਿਆ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਥੋੜਾ ਇਹ ਕਿਹਾ ਜਾਵੇ ਵੀ ਕੋਈ ਗੱਲ ਨਹੀਂ, ਜੋ ਹੋ ਗਿਆ ਪਿਛਲੇ ਸਮੇਂ ਦੇ ਵਿੱਚ, ਤੁਸੀਂ ਇਹ ਜੜ੍ਹਾਂ ਨਾ ਛੱਡੋ ਆਪਣੀਆਂ? ਦੇਖੋ ਪੰਨੂ ਸਾਹਿਬ, ਦੇਖੋ ਤੁਸੀਂ ਵੀ ਬਹੁਤ NRIs ਨਾਲ ਤੁਹਾਡਾ ਵਾਹ ਵਾਸਤਾ ਹੈਗਾ, ਮੇਰਾ ਵੀ ਚਲੋ ਖਿਡਾਰੀ ਕਰਕੇ ਵੀ, ਅਦਰਵਾਈਜ਼ ਵੀ ਚਲੋ ਹੈਗਾ। ਐਕਚੁਅਲੀ ਅਸਲੀ ਗੱਲ ਹੋਈ ਉਹਨਾਂ ਦੀ ਜਿਹੜੀ ਤੀਜੀ ਜਨਰੇਸ਼ਨ ਲਗਭਗ ਜਿਹੜੀ ਹੋ ਗਈ, ਉਹਨਾਂ ਦਾ ਵਿਸ਼ਵਾਸ ਇੱਥੇ ਵਾਲੇ ਸਿਸਟਮ ਤੋਂ ਟੁੱਟ ਗਿਆ। ਉਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਹੀ ਕੋਈ ਨਾ ਕੋਈ ਰਿਸ਼ਤੇਦਾਰ, ਭੂਆ, ਫੁੱਫੜ, ਚਾਚਾ, ਤਾਇਆ, ਚਾਚੀ, ਤਾਈ, ਭੈਣ, ਭਰਾ, ਜੋ ਉਹਨਾਂ ਦੀ ਪ੍ਰਾਪਰਟੀ ਦਾ ਐਂਗਲ ਸੀ, ਉਹ ਕਿਤੇ ਨਾ ਕਿਤੇ ਉਹਦੇ ਵਿੱਚ ਮੈਨੂਪੂਲੇਸ਼ਨ ਹੋਈ। ਉਹਦੇ ਤੋਂ ਉਹ ਇਨਸਿਕਿਉਰ ਹੋ ਗਏ। ਇਨਸਿਕਿਉਰ ਹੋਣ ਕਰਕੇ ਉਹਨਾਂ ਨੂੰ ਐਂ ਲੱਗਣ ਲੱਗ ਪਿਆ ਵੀ ਯਾਰ ਸਾਨੂੰ ਹੀ ਨਹੀਂ ਮਿਲਿਆ ਤੇ ਸਾਡੇ ਬੱਚਿਆਂ ਨੂੰ ਕੀ ਮਿਲਣਾ। ਉਹਦੇ ਲਈ ਕਿਉਂਕਿ ਰੈਵਨਿਊ ਡਿਪਾਰਟਮੈਂਟ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਕਲੱਬ ਹੁੰਦੀਆਂ, ਪਰ ਉਹਦੇ ਲਈ ਵੀ ਅਸੀਂ ਅਮੈਂਡਮੈਂਟਸ ਬੇਸਿਕਲੀ ਉਹਦੇ ਲਈ ਮੈਂ ਜਿਹੜੇ ਅਲੱਗ-ਅਲੱਗ ਮਹਿਕਮੇ ਹੈਗੇ ਆ। ਦੂਸਰਾ ਹੈਗਾ ਪੁਲਿਸ ਦਾ ਵਿਸ਼ਵਾਸ, ਕਿਉਂਕਿ ਬਾਹਰੋਂ ਜਦੋਂ NRI ਆਉਂਦਾ ਉਹਨੂੰ ਇੱਕ ਥਾਣੇਦਾਰ ਤੇ ਇੱਕ ਪਟਵਾਰੀ, ਉਹਦਾ 2 ਬੰਦਿਆਂ ਨਾਲ ਕੰਮ ਹੁੰਦਾ ਤੇ 2 ਬੰਦੇ ਉਹਨੂੰ ਪੈਸੇ ਲੈਣ ਤੋਂ ਬਿਨਾਂ ਉਹ ਕੰਮ ਨਹੀਂ
ਸੱਚੀ ਗੱਲ ਆ ਕਰਦੇ ਤੇ ਉਹਦਾ ਇਹੋ ਜਿਹਾ ਮੈਕੈਨਿਜ਼ਮ ਬਣਾਉਣਾ, ਕਿਉਂਕਿ ਦੇਖੋ ਹੈ ਤਾਂ ਪੰਨੂ ਸਾਹਿਬ ਵਿਸ਼ਵਾਸ ਹੌਲੀ ਹੌਲੀ ਸਿਸਟਮ ਤੋਂ ਟੁੱਟ ਰਿਹਾ, ਟਰਮੋਇਲ ਆ ਜਿਹੜੀ ਧਰਾਤਲ ਤੇ ਟਰਮੋਇਲ ਇਸ ਕਰਕੇ ਆ ਵੀ ਅਸੀਂ ਜਿਹੜੇ ਸਿਸਟਮ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਹਾਂ ਉਹ ਇੰਪਲੀਮੈਂਟੇਸ਼ਨ ਜਿੰਨਾ ਹੋਣਾ ਚਾਹੀਦਾ ਸੀ ਉਨਾ ਹੋ ਨਹੀਂ ਰਿਹਾ। 46,000 ਕਰੋੜ ਰੁਪਈਆ ਤਨਖਾਹਾਂ ਦਾ ਜਾਂਦਾ ਤੇ ਲਗਭਗ 30,000 ਕਰੋੜ ਰੁਪਈਆ ਆਪਣਾ ਡੈਟ ਸਰਵਿਸ ਦਾ ਜਾਂਦਾ। ਇਦੋਂ ਘੱਟ ਸਾਡੀ ਆਮਦਨ ਆ। ਇਹ ਦੋ ਚੀਜ਼ਾਂ ਜਿਹੜੀਆਂ ਇਹਨੂੰ ਪੰਜਾਬ ਚੋਂ ਠੀਕ ਕਰਨਾ ਪਊਗਾ। ਇਹਦਾ ਮਤਲਬ ਅਸੀਂ ਬੇਸਿਕਲੀ ਸੀਗੇ ਤਾਂ ਕਸਟੋਡੀਅਨ, ਲੇਕਿਨ ਫੀਲਿੰਗ ਸਾਨੂੰ ਓਨਰਸ਼ਿਪ ਦੀ ਆ ਗਈ ਹੈ, ਪੋਲੀਟੀਸ਼ੀਅਨਸ ਨੂੰ ਵੀ ਆ ਗਈ ਹੈ, ਬਿਊਰੋਕਰੈਟ ਨੂੰ ਵੀ ਆ ਗਈ। ਸਾਨੂੰ ਇਹ ਮਿੱਥ ਤੋੜਨਾ ਪਊਗਾ ਕਿ ਸਾਨੂੰ ਸਰਵਿਸ ਉਹਨਾਂ ਨੂੰ ਪ੍ਰੋਵਾਈਡ ਕਰਨੀ ਪਊਗੀ ਐਂਡ ਸਾਨੂੰ ਸੂਬੇ ਦੀ ਇਨਕਮ ਜਿਹੜੀ ਆ ਵਧਾਉਣੀ ਪਊਗੀ, ਕਿਉਂਕਿ ਇਦਾਂ ਨਹੀਂ ਚੱਲ ਸਕੂਗਾ ਆਉਣ ਵਾਲੇ ਸਮੇਂ 'ਚ। ਇਹ ਬਿਲਕੁਲ, ਕਿਉਂਕਿ ਮੈਂ ਤਾਂ ਐਜੂਕੇਸ਼ਨ ਦੇ ਵਿੱਚ ਦੇਖਦਾ, ਮੈਂ ਹਾਇਰ ਐਜੂਕੇਸ਼ਨ ਦੇ ਵਿੱਚ ਦੇਖਦਾ, ਇੱਕ ਪ੍ਰਿੰਸੀਪਲ ਕੋ 10 ਕਾਲਜਾਂ ਦਾ ਚਾਰਜ 1996 ਚ ਲਾਸਟ ਭਰਤੀ ਹੋਈ ਸੀ ਕਾਲਜ ਲੈਕਚਰਰਸ ਦੀ। ਮਤਲਬ ਇਹ ਇਦਾਂ ਨਹੀਂ ਹੋ ਸਕਦਾ। ਸੋ ਇਸ ਕਰਕੇ ਸਾਨੂੰ ਉਹਨੂੰ ਯੂਨੀਫਾਰਮਿਟੀ ਦੇ ਵਿੱਚ, ਈਵਨ ਕਿ ਮੈਂ ਪੰਨੂ ਸਾਹਿਬ ਮੈਂ ਜਿੰਨੀਆਂ ਵੀ VC ਹੈਗੇ ਆ, ਚਾਹੇ ਉਹ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਆ ਚਾਹੇ ਉਹ ਸਰਕਾਰੀ ਯੂਨੀਵਰਸਿਟੀਜ਼ ਦੇ, ਮੈਂ ਇੱਕ ਦਿਨ ਇਕੱਠੇ ਕਰ ਲਏ। ਉਹਦੇ ਤੋਂ ਬਾਅਦ ਮੈਂ ਈਵਨ ਕਿ ਕੁਛ ਇੰਡਸਟਰੀਲਿਸਟ ਵੀ ਇਕੱਠੇ ਕੀਤੇ। ਹੁਣ ਜਿਹੜਾ ਇੰਡਸਟਰੀਲਿਸਟ ਆ ਉਹ ਕਹਿੰਦਾ ਮੇਰੇ ਕੋਲ ਬੱਚਾ ਕੰਮ ਕਰਨ ਵਾਲਾ ਹੈ ਨਹੀਂ, ਬੱਚਾ ਕਹਿੰਦਾ ਮੇਰੇ ਕੋਲ ਨੌਕਰੀ ਹੈ ਨਹੀਂ। ਇੰਪਲੋਏਬਿਲਿਟੀ ਜਿਹੜੇ ਟੋਟਲ ਸਾਡੇ ਡਿਗਰੀ ਹੋਲਡਰ ਹੈਗੇ ਆ ਉਹਦੇ ਵਿੱਚੋਂ 10 ਤੋਂ 12 ਜਾਂ 15% ਆ। ਇਹਦਾ ਮਤਲਬ 85% ਬੱਚੇ ਡਿਗਰੀਆਂ ਲੈ ਕੇ ਤਾਂ ਵਿਹਲੇ ਘੁੰਮ ਰਹੇ ਆ। ਅੱਛਾ, ਜਾਂ ਤਾਂ ਸਾਨੂੰ ਦੇਖੋ ਸਾਡਾ ਹਿਊਮਨ ਰਿਸੋਰਸਿਸ ਅਸੀਂ ਉਹਨੂੰ ਮੈਨੇਜ ਨਹੀਂ ਕਰ ਪਾ ਰਹੇ। ਚਾਈਨਾ ਨੇ ਕੀਤਾ, ਚਾਈਨਾ ਨੇ ਉਹਨੂੰ ਇੰਡਸਟਰੀ ਨਾਲ ਕਲੱਬ ਕਰਕੇ ਇਹੋ ਜਿਹੇ ਕੋਰਸਿਸ ਡਿਜ਼ਾਈਨ ਕੀਤੇ ਜਿਨ੍ਹਾਂ ਦੇ ਨਾਲ ਉਹਨੇ ਬੇਸਿਕਲੀ ਆਪਣੀ ਰੋਜ਼ੀ ਰੋਟੀ ਵੀ ਕਮਾ ਲਈ ਤੇ ਉਹਨਾਂ ਦਾ ਦੇਸ਼ ਵੀ ਅੱਗੇ ਵਧ ਗਿਆ। ਅੱਛਾ, ਐਜੂਕੇਸ਼ਨ ਇੱਕ ਇਨਵੈਸਟਮੈਂਟ ਆ। ਐਜੂਕੇਸ਼ਨ ਲੈ ਕੇ ਜੇ ਬੱਚਾ ਡਾਕਟਰ ਬਣ ਗਿਆ, ਜੇ ਬੱਚਾ ਇੰਜੀਨੀਅਰ ਬਣ ਗਿਆ, ਜਾਂ ਜਿਹੜਾ ਬੱਚਾ ਉਸ ਲੈਵਲ ਦਾ CEO ਬਣ ਗਿਆ, ਉਸ ਲੈਵਲ ਦੀ ਰੋਜ਼ੀ ਰੋਟੀ ਕਮਾਉਣ ਲੱਗ ਪਿਆ, ਉਹਨੇ ਦੇਸ਼ ਨੂੰ ਟੈਕਸ ਵੀ ਤਾਂ ਦੇਣਾ। ਇਟ ਇਜ਼ ਔਨਗੋਇੰਗ ਪ੍ਰੋਸੈਸ। ਪਰ ਅਨਫੋਰਚੂਨੇਟਲੀ ਅਸੀਂ ਉਧਰ ਨੂੰ ਸੋਚਦੇ ਨਹੀਂ ਹੈਗੇ, ਪਰ ਸਾਨੂੰ ਉਧਰ ਨੂੰ ਸੋਚਣ ਦੀ 200% ਜ਼ਰੂਰਤ ਹੈ। ਮੈਂ ਜਿੰਨੇ ਐਜੂਕੇਸ਼ਨ ਸੀਗੇ ਮੈਂ ਲਗਭਗ ਸਾਰੇ ਬਿਠਾ ਲਏ। ਮੈਂ ਕਿਹਾ ਜੀ ਮੈਨੂੰ ਤਾਂ ਮੇਰੀ ਜਿੰਨੀ ਕੁ ਸਮਝ ਹੈਗੀ ਆ, ਮੈਂ ਆਲੇ ਦੁਆਲੇ ਫਿਰ ਤੁਰ ਕੇ ਜਿੰਨੀ ਕੁ ਗੱਲ ਸਮਝ ਸਕਦਾ, ਸੋਚ ਸਕਦਾ, ਸਿੱਖ ਸਕਦਾ, ਮੈਂ ਕਿਹਾ ਜੀ ਮੈਨੂੰ ਤਾਂ ਇਹ ਦੱਸੋ ਵੀ ਆਪਾਂ ਕਿਹੜੇ ਫਾਰਮੂਲੇ ਨਾਲ ਆਪਣੀ ਇੰਪਲੋਏਬਿਲਿਟੀ ਜਿਹੜੀ ਵਧਾ ਸਕਦੇ ਹਾਂ। ਪ੍ਰਗਟ ਸਿੰਘ ਜੀ, ਕਿਸੇ ਟਾਈਮ ਇੱਥੇ ਪੰਜਾਬ ਦੇ ਵਿੱਚ ITI ਦਾ ਬਹੁਤ ਵੱਡਾ ਰੋਲ ਹੁੰਦਾ ਸੀਗਾ। ਜਿਹੜੀਆਂ ਛੋਟੀਆਂ ਉੱਥੇ ਟ੍ਰੇਡ ਸਿਖਾਈਆਂ ਜਾਂਦੀਆਂ ਸੀਗੀਆਂ। ਅੱਜ ਤੁਸੀਂ ਪਲੰਬਰ ਲਾ ਲਓ, ਟਾਈਲਾਂ ਵਾਲਾ ਲਾ ਲਓ, ਜਿਹੜੇ ਮੋਟਰ ਮਕੈਨਿਕ ਲਾ ਲਓ, ਸਾਡੇ ਪੰਜਾਬੀ ਤਾਂ ਰਹੇ ਹੀ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਢਾਂਚਾ ਸੀਗਾ ਹੌਲੀ ਹੌਲੀ ਉਹ ਖਤਮ ਕਰ ਦਿੱਤਾ ਗਿਆ? ITI ਵਾਲਾ ਉਸ ਪਾਸੇ ਵੱਲ ਨੂੰ ਸਿੱਖਣ ਨੂੰ ਕੋਈ ਤਿਆਰ ਨਹੀਂ। ਉਹ ਬੰਦਾ ਆਪਣੀ ਰੋਟੀ ਦਾ ਜੁਗਾੜ ਤਾਂ ਕਰ ਲੈਂਦਾ ਸੀਗਾ ਨਾ, 10 ਪੜ੍ਹ ਕੇ ਉਹ ਕਰ ਲੈਂਦਾ ਸੀ। ਮੈਂ ਸਰ ਇਹੀ ਗੱਲ ਕਹਿ ਰਿਹਾ ਵੀ ਜਿੰਨਾ ਚਿਰ ਅਸੀਂ ਉਧਰ ਨੂੰ ਨਹੀਂ ਤੁਰਾਂਗੇ ਉਨਾ ਚਿਰ ਸਾਡਾ ਭਲਾ ਨਹੀਂ ਹੋਣਾ। ਹੁਣ ਬੇਸਿਕਲੀ ਦੇਖੋ, ਹੁਣ ਅਸੀਂ ਔਰੰਗਜ਼ੇਬ ਨੂੰ ਪੜ੍ਹ ਲਈਏ, ਅਕਬਰ ਨੂੰ ਪੜ੍ਹ ਲਈਏ, ਬਾਬਰ ਨੂੰ ਪੜ੍ਹ ਲਈਏ, ਪਰ ਅੱਜ ਦਾ ਬੱਚਾ ਉਹਨੂੰ ਪੜ੍ਹ ਕੇ ਰੋਜ਼ੀ ਰੋਟੀ ਨਹੀਂ ਕਮਾ ਸਕਦਾ। ਸੋ ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਹੁਣ ਜਿੱਦਾਂ ਕਹਿ ਲਓ ਕਿ ਆਪਾਂ ਦੁਨੀਆ ਦੇ ਉੱਤੇ ਆਪਾਂ ਕਹਿੰਦੇ ਵੀ ਇੰਗਲਿਸ਼ ਆਉਣੀ ਚਾਹੀਦੀ ਆ, ਪਰ ਇਹ ਨਹੀਂ ਹੈਗਾ ਕਿ ਆਪਣੀ ਮਾਂ ਬੋਲੀ ਦੇ ਕੋਸ ਤੇ ਆਪਾਂ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਆ। ਕਿਉਂਕਿ ਚਾਈਨਾ ਨੇ ਨਹੀਂ ਤਰੱਕੀ ਕੀਤੀ, ਉਹ ਚਾਈਨੀਜ਼ ਦੇ ਵਿੱਚ ਤਰੱਕੀ ਕਰ ਲਈ, ਜੈਪਨੀਜ਼ ਨੇ ਤਰੱਕੀ ਕੀਤੀ, ਫ੍ਰੈਂਚ ਨੇ ਤਰੱਕੀ ਕੀਤੀ। ਜਿਹੜੇ ਅਲੱਗ-ਅਲੱਗ ਜਿਹੜੇ ਰੀਜਨ ਆ, ਅਲੱਗ-ਅਲੱਗ ਲੈਂਗੁਏਜਸ ਹੈਗੀਆਂ, ਉਹਨਾਂ ਨੇ ਆਪਣੀ ਰੀਜਨਲ ਲੈਂਗੁਏਜ ਦੇ ਵਿੱਚ ਵੀ ਤਰੱਕੀ ਕੀਤੀ। ਇਹ ਤਾਂ ਨਹੀਂ ਹੈਗਾ ਕਿ ਅਸੀਂ ਆਪਣੀ ਬੇਸਿਕਲੀ ਹੁਣ ਮੰਨ ਲਓ ਐਜੂਕੇਸ਼ਨ ਹੀ ਆ, ਹਾਇਰ ਐਜੂਕੇਸ਼ਨ ਤੇ ਸਕੂਲ ਐਜੂਕੇਸ਼ਨ। ਫਿਰ ਮੈਂ ਜਦੋਂ ਇਹਨਾਂ ਨੂੰ ਕੰਪੇਅਰ ਕੀਤਾ, ਉਹ ਕਹਿੰਦੇ ਆ ਵੀ ਸਾਨੂੰ ਬੱਚਿਆਂ ਦਾ ਐਕਚੁਅਲ ਆਹ ਲੈਵਲ ਚਾਹੀਦਾ, ਪਰ ਸਾਨੂੰ ਸਕੂਲਾਂ ਦੇ ਵਿੱਚੋਂ ਉਹ ਲੈਵਲ ਨਹੀਂ ਮਿਲ ਰਿਹਾ ਜਿਹੜਾ ਲੈਵਲ ਉਹਨਾਂ ਦਾ ਜਿਹੜਾ ਜਦੋਂ ਹਾਇਰ ਐਜੂਕੇਸ਼ਨ ਲਈ ਆਉਂਦੇ ਆ ਤੇ ਹੋਣਾ ਚਾਹੀਦਾ। ਇਹਦਾ ਮਤਲਬ ਸਾਨੂੰ ਉਹਦੇ ਵਿੱਚ ਵੀ ਡਿਜ਼ਾਈਨ ਦੇ ਵਿੱਚ ਕਿਤੇ ਨਾ ਕਿਤੇ ਕਰਿਕੂਲਮ ਦੇ ਵਿੱਚ ਬਦਲਾਅ ਦੀ ਜ਼ਰੂਰਤ ਹੈਗੀ ਆ। ਸੋ ਮੈਂ ਲਿਆ ਤਾਂ ਇਸੇ ਕਰਕੇ ਹੀ ਆ। ਇਹ ਠੀਕ ਆ ਵੀ ਧਰਨੇ ਮੁਜ਼ਾਹਰੇ ਬਹੁਤ ਹੈ, ਕਈ ਵਾਰੀ ਬੱਚਿਆਂ ਨੂੰ ਹੈਂਡਲ ਕਰਨਾ ਵੀ ਔਖਾ ਹੋ ਜਾਂਦਾ, ਬਟ ਮੈਂ ਸਮਝਦਾ ਕਿ ਦੇਖੋ ਅਨਇੰਪਲੋਇਮੈਂਟ ਹੈਗੀ ਆ, ਬੱਚਿਆਂ ਦਾ ਕਸੂਰ ਨਹੀਂ ਹੈਗਾ, ਕਸੂਰ ਸਾਡੇ ਸਿਸਟਮ ਦਾ। ਪਰ ਜਿਹੜੀ ਗੱਲ ਤੁਸੀਂ ਉਹ NRIs ਵਾਲੀ ਕੀਤੀ ਸੀਗੀ, ਪਟਵਾਰੀ ਤੇ ਥਾਣੇਦਾਰ ਹੀ ਟਿਕਣ ਨਹੀਂ ਦਿੰਦੇ, ਕੁਝ ਉਹਦੇ ਵਾਸਤੇ ਕੀਤਾ ਗਿਆ ਕਿ ਉਹਦੇ ਵਿੱਚ ਦੇਖੋ ਕੰਪਲੇਂਟਸ ਕਿਤੇ ਸੁਣੀਆਂ ਜਾਣ ਕਿਤੇ? ਉਹਦੇ ਵਿੱਚ ਬੇਸਿਕਲੀ ਅਸੀਂ ਇੱਕ ਪੋਰਟਲ ਬਣਾ ਰਹੇ ਹੈਗੇ ਆ
ਇੱਕ ਪੋਰਟਲ ਤਾਂ ਅਸੀਂ ਇਹ ਬਣਾਇਆ ਵੀ ਅਸੀਂ ਕਿਹਾ ਯਾਰ ਇੱਕ 24 ਘੰਟੇ ਦਾ ਇੱਕ, ਕਿਉਂਕਿ ਮੰਨ ਲਓ ਕਿਸੇ ਪ੍ਰੋਬਲਮ ਕਿਸੇ ਨੂੰ ਆ ਗਈ 에ਅਰਪੋਰਟ ਤੇ, ਕਮ ਸੇ ਕਮ ਉਹਦੇ ਕੋਲੇ ਸਾਰਾ ਨੰਬਰ ਤਾਂ ਹੋਵੇ ਨਾ ਕਿ 24 ਘੰਟੇ ਬੰਦਾ, ਕਿਉਂਕਿ ਕੰਮ ਭਾਵੇਂ ਥੋੜਾ ਜਿਹਾ ਹੀ ਹੁੰਦਾ ਪਰ NRI ਘਾਬਰ ਜਾਂਦਾ। ਸੋ ਇਹ ਛੋਟੀਆਂ ਚੀਜ਼ਾਂ ਤਾਂ, ਪਰ ਜਿਹੜੀਆਂ ਇਹਦੀਆਂ ਲਾਰਜਰ ਇੰਟਰਸਟ ਆ, ਲਾਰਜਰ ਇੰਟਰਸਟ ਤਾਂ ਪੰਨੂ ਸਾਹਿਬ ਇਹ ਆ ਕਿ ਜਿੰਨਾ ਚਿਰ 5-7-10 ਹਜ਼ਾਰ ਬੰਦਾ ਡਿਸਮਿਸ ਨਾ ਕੀਤਾ ਗਿਆ, ਸਾਨੂੰ ਆਪਣੇ ਆਪ ਨੂੰ ਕਲੀਨ ਨਾ ਕੀਤਾ ਗਿਆ, ਕਿਉਂਕਿ ਚੈਰਿਟੀ ਬਿਗਨਸ ਐਟ ਹੋਮ। ਕਿਉਂਕਿ ਇਹ ਨਹੀਂ ਹੋ ਸਕਦਾ ਵੀ ਆਪਾਂ ਕਹੀਏ ਹਲਵਾਈ ਨੂੰ ਕਹੀਏ ਵੀ ਤੂੰ ਹੁਣ ਲੱਡੂ ਗਿਣ ਕੇ ਰੱਖਣੇ ਆ। ਪੰਜਾਬ ਦੀ ਪੋਲਿਟਿਕਸ ਇਸ ਤਰ੍ਹਾਂ ਦੀ ਹੈਗੀ ਕਿ ਤੁਹਾਨੂੰ ਕਰਨ ਦਿਓ ਤਾਂ ਰਾਤ ਨੂੰ ਤੁਹਾਨੂੰ ਵੀ ਧਮਕੀ ਦੇ ਦਿੰਦੇ ਆ। ਚਲੋ ਮੈਨੂੰ ਪੰਨੂ ਸਾਹਿਬ ਧਮਕੀਆਂ ਬਹੁਤ ਸਮੇਂ ਬਹੁਤਿਆਂ ਨੇ ਦਿੱਤੀਆਂ, ਪਰ ਮੈਨੂੰ ਲੱਗਦਾ ਕਿ ਇੱਕ ਡੈਸਟਨੀ ਆ। ਸ਼ਾਇਦ ਮੇਰੇ ਵਰਗਾ ਬੰਦਾ ਇਸ ਲੈਵਲ ਤੋਂ ਉੱਠ ਕੇ ਇਸ ਲੈਵਲ ਤੱਕ ਪਹੁੰਚ ਜਾਣਾ ਉਹ ਇੱਕ ਡੈਸਟਨੀ ਮੰਨਦਾ ਮੈਂ ਤਾਂ। ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਯਾਰ ਕਰਮ ਕਰ, ਬਾਕੀ ਉਹਦੇ ਤੇ ਛੱਡ ਦੇ, ਕਿਉਂਕਿ ਜੇ ਕਰਮ ਕਰਾਂਗੇ ਤੇ ਮੈਨੂੰ ਲੱਗਦਾ ਕਿ ਮੈਂ, ਕਿਉਂਕਿ ਹਮੇਸ਼ਾ ਅੱਧਾ ਗਲਾਸ ਭਰਿਆ ਹੋਇਆ ਦੇਖਦਾ, ਅੱਧਾ ਖਾਲੀ। ਇਹ ਸਿਸਟਮ ਇਸ ਤਰ੍ਹਾਂ ਦਾ ਹੈ ਪ੍ਰਗਟ ਸਿੰਘ ਜੀ। ਵੈਸੇ ਮੈਨੂੰ ਪਤਾ ਹੈ ਜਿਹੜਾ ਇੱਕ ਖਿਡਾਰੀ ਹੁੰਦਾ ਨਾ ਜੀ, ਉਹਦੀ ਜਿਹੜੀ ਮੈਂਟਲ ਸਿਚੁਏਸ਼ਨ ਆ ਉਹ ਆਮ ਬੰਦੇ ਨਾਲੋਂ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਉਹ ਬਹੁਤ ਜ਼ਿਆਦਾ ਇਸ ਪੱਖੋਂ ਦਾ ਵੀ ਹਾਰਦਾ ਨਹੀਂ ਛੇਤੀ। ਪ੍ਰਗਟ ਸਿੰਘ ਹੋਰੀ ਇਸ ਢਾਂਚੇ ਦੇ ਵਿੱਚ ਆ ਕੇ ਕਿਤੇ ਉਹ ਇਸ ਢਾਂਚੇ ਵਰਗੇ ਤਾਂ ਨਹੀਂ ਹੋ ਜਾਣਗੇ ਤੇ ਲੜਾਈ ਛੱਡ ਤਾਂ ਨਹੀਂ ਦੇਣਗੇ? ਨਹੀਂ ਦੇਖੋ, ਹੁਣ ਤਾਂ ਕੀ ਛੱਡਣੀ ਆ, ਕਿਉਂਕਿ ਹੁਣ ਤਾਂ ਮੈਨੂੰ ਐ ਲੱਗਦਾ ਕਿ ਰੋਜ਼ੀ ਰੋਟੀ ਕਮਾ ਲਈ ਆ, ਨਿਆਣੇ ਲਗਭਗ ਪੜ੍ਹਾ ਲਏ ਆ, ਇੱਕ ਵਿਆਹ ਲਿਆ, ਇੱਕ ਵਿਆਹ ਲਾ ਗਈ, ਮਾਂ ਪਿਓ ਦੀ ਦਵਾਈ ਜੋਗੇ ਪੈਸੇ ਹੈਗੇ ਆ, ਘਰ ਘੁਰ ਹੈਗਾ ਆ, ਆਉਣ ਜਾਣ ਲਈ ਗੱਡੀ ਗੁੱਡੀ ਹੈਗੀ। ਮੈਨੂੰ ਲੱਗਦਾ ਇਦੋਂ ਵੱਧ ਮੈਨੂੰ ਤਾਂ ਪੰਨੂ ਸਾਹਿਬ ਇਹ ਨਹੀਂ ਅੱਜ ਤੱਕ ਪਤਾ ਲੱਗਿਆ ਬੰਦੇ ਨੂੰ ਜੀਣ ਲਈ ਪੈਸੇ ਕਿੰਨੇ ਚਾਹੀਦੇ। ਅੱਛਾ, ਮੈਂ ਇਸ ਆਪਣੀ ਟੋਟਲ ਲਾਈਫ ਦੇ ਵਿੱਚ ਗਰੀਬ ਬੰਦਿਆਂ ਨੂੰ ਵੀ ਬਹੁਤ ਦੇਖਿਆ, ਅਮੀਰ ਨੂੰ ਵੀ ਬਹੁਤ ਦੇਖਿਆ। ਜਿਹੜੀ ਖੁਸ਼ੀ ਤੇ ਸੈਟੀਸਫੈਕਸ਼ਨ ਆ ਇਹ ਇਕੱਲੇ ਪੈਸਿਆਂ ਨਾਲ ਨਹੀਂ ਆਉਂਦੀ। ਇਹ ਤਾਂ ਸੈਟੀਸਫੈਕਸ਼ਨ ਹਰ ਬੰਦੇ ਦਾ ਇੱਕ ਉਹ ਮਾਨਸਿਕ ਪੱਧਰ ਆ ਜਿਹਦੇ ਤੇ ਤੁਹਾਨੂੰ ਸੈਟੀਸਫੈਕਸ਼ਨ ਆਉਂਦੀ ਹੈ। ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਜੇ ਕਿਸੇ ਲਈ ਕੁਝ ਸ਼ਾਮ ਤੱਕ ਕਰ ਦਿਓ, ਜਾਣੇ ਅਣਜਾਣੇ 'ਚ ਕੋਈ ਗਲਤੀ ਨਾ ਹੋ ਜਾਵੇ, ਪਰ ਆਪਣੀ ਜਿੰਨੀ ਕੁ ਹੈਸੀਅਤ ਆ, ਆਪਣੀ ਜਿੰਨੀ ਕੁ ਸਮਝ ਆ, ਉਹਦੇ ਮੁਤਾਬਕ ਠੀਕ ਕਰ ਦਿਓ। ਬਾਕੀ ਕਿਉਂਕਿ ਬਹੁਤੀਆਂ ਚੀਜ਼ਾਂ ਤੁਹਾਡੇ ਕਈ ਵਾਰੀ ਕੰਟਰੋਲ 'ਚ ਨਹੀਂ ਹੁੰਦੀਆਂ। 8-10 ਹਜ਼ਾਰ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਉਹਨੂੰ ਸਸਪੈਂਡ ਕਰਨਾ ਪਊਗਾ, ਉਹਨੂੰ ਸਾਈਡ ਤੇ ਕਰਨਾ ਪਊਗਾ। ਇਹ ਢਾਂਚਾ, ਇਹ ਸਿਸਟਮ, ਇਹ ਪ੍ਰਗਟ ਸਿੰਘ ਹੋਰਾਂ ਨੂੰ ਅਲਾਓ ਕਰੂਗਾ ਕਿ ਉਹ ਕਰ ਸਕਣ, ਇੰਡੀਪੈਂਡੈਂਟ ਹੋ ਕੇ ਕਰ ਸਕਣ? ਸਰ ਇਹ ਆ ਦੇਖੋ, 46,000 ਕਰੋੜ ਰੁਪਈਆ, ਮੈਂ ਨਹੀਂ ਕਹਿੰਦਾ ਸਾਰੇ EMPLOYE ਨਹੀਂ ਇੱਕੋ ਜਿਹੇ, ਕੰਮ ਕਰਨ ਵਾਲੇ ਵੀ ਹੈਗੇ ਆ, ਮਿਹਨਤੀ ਵੀ ਬਹੁਤ ਆ, ਸਾਡੇ ਟੀਚਰ ਮਿਹਨਤੀ ਵੀ ਬਹੁਤ ਆ। ਟੀਚਰਸ ਨੇ ਆਪਣੇ ਕੋਲੋਂ ਵੀ ਕਈ ਵਾਰੀ ਪੈਸੇ ਖਰਚ ਕੇ ਸਕੂਲਾਂ ਨੂੰ ਲਾਏ, ਰੰਗ ਰੋਗਨ ਤੱਕ ਕਰਾਇਆ। NRIs ਨੇ ਸਾਡਾ ਬਹੁਤ ਸਾਥ ਦਿੱਤਾ, ਪਿੰਡਾਂ ਦੀਆਂ ਪੰਚਾਇਤਾਂ ਨੇ, ਮੋਹਤਬਰ ਬੰਦਿਆਂ ਨੇ ਸਾਡੇ ਐਜੂਕੇਸ਼ਨ ਸਿਸਟਮ ਨੂੰ ਠੀਕ ਕੀਤਾ। ਇਹ ਔਡ ਆਵਰਸ ਦੇ ਵਿੱਚ ਵੀ ਕੰਮ ਕਰਦੇ। ਦੇਖੋ ਮੈਨੂੰ ਲੱਗਦਾ ਕਿ ਜਿਹੜਾ ਟੀਚਰ ਜਿਹੜਾ ਆ ਪੇਰੈਂਟਸ ਨਾਲੋਂ ਵੀ ਵੱਧ ਜਿਹੜਾ ਆ ਉਹ ਨੇਸ਼ਨ ਬਿਲਡਅਪ ਦੇ ਵਿੱਚ ਟੀਚਰ ਦਾ ਬਹੁਤ ਵੱਡਾ ਰੋਲ ਹੈ। ਨੇਸ਼ਨ ਬਿਲਡਰ ਹੈ ਹੀ ਉਹ ਜੀ, ਹੈ ਹੀ ਉਹ, ਕੋਈ ਸ਼ੱਕ ਨਹੀਂ। ਸੋ ਉਹ ਜੇ ਬਹੁਤ ਕਿਤੇ ਨਾ ਕਿਤੇ ਉਖੜਿਆ ਰਹੂਗਾ ਤੇ ਫਿਰ ਉਹ ਜਿਹੜਾ ਪ੍ਰੋਡਕਟ ਤਿਆਰ ਕਰੂਗਾ ਉਹ ਬਹੁਤ ਜ਼ਿਆਦਾ ਚੰਗਾ ਨਹੀਂ ਕਰੂਗਾ, ਕਿਉਂਕਿ ਜੇ ਉਹ ਆਪ ਕੰਫਰਟੇਬਲ ਨਹੀਂ ਹੈ। ਸੋ ਉਹਨੂੰ ਕਿਤੇ ਨਾ ਕਿਤੇ ਜਿੰਨਾ ਕੁ ਵੀ ਵੱਧ ਤੋਂ ਵੱਧ ਹੋ ਸਕੇ ਉਹਨੂੰ ਐਡਜਸਟ ਕਰੋ ਵੀ ਉਹ ਘਰ ਤੋਂ ਬਹੁਤਾ ਦੂਰ ਨਾ ਹੋਵੇ। ਕਿਉਂਕਿ ਉਹਦੇ ਲਈ ਵੀ ਮੇਰੀ ਆਹ ਕੋਸ਼ਿਸ਼ ਵੀ ਹੈਗੀ ਆ ਵੀ ਜਿਹੜੀ ਆਹ ਭਰਤੀ ਹੋਵੇ ਉਹ ਜਿੱਥੇ ਦੀਆਂ ਪੋਸਟਾਂ ਆ ਉੱਥੇ ਦੇ ਕੈਡਰ ਦੀ ਹੋਵੇ, ਕਿਉਂਕਿ ਐਕਸਰਸਾਈਜ਼ ਤਾਂ ਇਹ ਵੱਡੀ ਆ, ਉੱਥੇ ਦੇ ਕੈਡਰ ਦੀ ਹੋਵੇ ਤਾਂ ਕਿ ਉਸ ਟੀਚਰ ਨੂੰ ਇਹ ਪਤਾ ਹੋਵੇ ਵੀ ਮੈਂ ਹੁਣ ਇਸ ਪਿੰਡ 'ਚ ਹੀ ਰਹਿਣਾ, ਭਾਵੇਂ ਉਸ ਪਿੰਡ 'ਚ ਮਕਾਨ ਬਣਾ ਲਵੇ। ਕਿਉਂਕਿ ਇਹ ਇੱਥੇ ਬਹੁਤ ਟਰਾਂਸਫਰਾਂ ਦਾ ਰੌਲਾ, ਦੂਜਾ ਰੌਲਾ, ਤੀਜਾ ਰੌਲਾ। ਦੇਖੋ ਜਿਹੜੇ ਬਾਰਡਰ ਦੇ ਪਿੰਡ ਆ ਉੱਥੇ ਵੀ ਤਾਂ ਸਾਡੇ ਬੱਚੇ ਹੀ ਆ, ਜਿਹੜੇ ਦੂਰ ਬਲਾਕਸ ਤੇ ਅਸੀਂ ਸ਼ਹਿਰਾਂ ਵੱਲ ਨੂੰ ਭੱਜੀ ਜਾਂਦੇ ਆ। ਅੱਛਾ, ਉੱਥੇ ਦਾ ਫਿਰ ਟੀਚਰ ਭਾਵੇਂ ਉਹਦੀ ਬੇਸਿਕ ਕੁਆਲੀਫਿਕੇਸ਼ਨ ਹੀ ਪੂਰੀ ਕਰਦਾ ਹੋਵੇ, ਜੇ ਫਿਰ ਉੱਥੇ ਦਾ ਟੀਚਰ ਹੀ ਹੋਵੇ ਤਾਂ ਫਿਰ ਉਹ ਬੈਟਰ ਰਿਜ਼ਲਟ ਦੇ ਸਕਦਾ। ਜੇ ਉਹ ਕੰਫਰਟੇਬਲ ਹੋਊਗਾ ਰਿਜ਼ਲਟ ਤਾਂ ਬੈਟਰ ਦਊਗਾ। ਆਈ ਹੋਪ ਕਿ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਉਸ ਤਰੀਕੇ ਨਾਲ ਸਕਸੈਸ ਹੋਵੋ ਜਿਵੇਂ ਤੁਸੀਂ 올림픽 ਤੱਕ ਪਹੁੰਚੇ ਸੀ, ਪੂਰੀ ਦੀ ਪੂਰੀ ਟੀਮ ਨੂੰ ਲੈ ਕੇ। ਵਿਸ਼ ਕੇ ਇੱਕ ਇਦਾਂ ਦੀ ਟੀਮ ਵੀ ਤੁਹਾਨੂੰ ਮਿਲ ਸਕੇ, ਚਾਹੇ ਉਹ ਸੈਂਟਰ ਖੇਡ ਰਹੀ ਹੈ, ਚਾਹੇ ਫਾਰਵਰਡ ਖੇਡ ਰਹੀ ਹੈ, ਚਾਹੇ ਉਹ ਗੋਲ 'ਚ ਹੀ ਹੈ। ਦੇਖੋ ਮੇਰਾ ਤਾਂ ਜਿਹੜੇ ਇਹ ਤਿੰਨੇ ਮਹਿਕਮਿਆਂ ਨੂੰ ਕਲੱਬ ਕਰਨ ਦਾ ਇੱਕ ਹੋਰ ਆਈਡੀਆ ਵੀ ਸੀਗਾ, ਕਿਉਂਕਿ ਅਲਟੀਮੇਟਲੀ ਜਿਹੜੀ ਨਰੋਈ ਸੋਚ ਤੇ ਨਰੋਈ ਸਿਹਤ ਆ,
ਕਿਉਂਕਿ ਅਲਟੀਮੇਟਲੀ ਖੇਡਣਾ ਵੀ ਬੱਚਿਆਂ ਨੇ ਸਕੂਲਾਂ 'ਚ ਤੇ ਕਾਲਜਾਂ 'ਚ ਆ। ਸਾਡਾ ਜਿਹੜਾ ਸਪੋਰਟਸ ਵਾਲਾ ਮਹਿਕਮਾ ਹੈਗਾ, ਕਿਉਂਕਿ ਦੇਖੋ ਚਾਈਨਾ ਨੇ ਪਿਛਲੇ 30 ਸਾਲ ਪਹਿਲਾਂ ਇਹ ਸਿਸਟਮ ਅਡਾਪਟ ਕੀਤਾ ਸੀ। ਮੈਂ ਕਿਹਾ ਅਸੀਂ ਅੱਜ ਹੀ ਕਰ ਲਈਏ। ਮੈਂ ਤਾਂ ਈਵਨ ਕਿ ਸਾਊਥ ਅਫਰੀਕਾ ਦੇ ਕੁਝ ਫਿਜ਼ੀਕਲ ਟ੍ਰੇਨਰਸ ਹੈਗੇ ਆ ਜਿਹੜੇ ਦੁਨੀਆ ਦੇ ਉੱਤੇ ਬੇਸਿਕਲੀ ਮਤਲਬ ਸਭ ਤੋਂ ਵਧੀਆ ਫਿਜ਼ੀਕਲ ਟ੍ਰੇਨਰਸ ਉੱਥੇ ਦੇ ਆ। ਅੱਛਾ, ਜਿਹੜਾ ਬੱਚਾ 0 ਤੋਂ ਲੈ ਕੇ 8 ਸਾਲ ਤੱਕ ਆ, ਉਹਦੇ ਜਿਹੜੇ ਫਿਜ਼ੀਕਲ ਤੇ ਮੈਂਟਲ ਪੈਰਾਮੀਟਰ ਆ ਉਹਨੂੰ ਫਿਕਸ ਕੀਤਾ ਜਾ ਸਕਦਾ। ਉਹਦੇ ਤੋਂ ਬਾਅਦ ਮਾਈਨਰ ਚੇਂਜਸ ਹੁੰਦੀਆਂ। ਸੋ ਮੈਂ ਉਹ 2000 ਫਿਜ਼ੀਕਲ ਐਜੂਕੇਸ਼ਨ ਟੀਚਰਾਂ ਦੀ ਉੱਥੇ ਕਰਾਈ ਹੈਗੀ ਤਾਂ ਕਿ ਉਹਨਾਂ ਨੂੰ 5-500 ਦੇ ਬੈਚ 'ਚ ਟ੍ਰੇਨ ਕਰਕੇ ਸਾਡੇ ਬੱਚਿਆਂ ਨੂੰ ਉਹੋ ਜਿਹਾ ਥਾਟ ਪ੍ਰੋਸੈਸ ਤੇ ਉਹੋ ਜਿਹਾ ਫਿਜ਼ੀਕਲ ਐਕਟੀਵਿਟੀ ਦਿੱਤੀ ਜਾਵੇ ਤਾਂ ਕਿ ਉਹ ਅਲਟੀਮੇਟਲੀ। ਔਰ ਚਾਈਨਾ ਨੇ ਕੀ ਕੀਤਾ, ਪਿਛਲੇ 30 ਸਾਲਾਂ ਦੇ ਵਿੱਚ ਚਾਈਨਾ ਦੀ ਨੇਸ਼ਨ ਦੀ 2.5 ਇੰਚ ਹਾਈਟ ਇਨਕਰੀਜ਼ ਹੋ ਗਈ ਕਿ ਥੱਲੇ ਬੇਸ ਉਹਦਾ ਵੱਡਾ। ਅੱਛਾ, ਉਹਦੇ ਨਾਲ ਸਾਨੂੰ 2 ਫਾਇਦੇ ਹੋਣਗੇ। ਸਾਡਾ ਬੱਚਾ ਜੇ ਫਿਜ਼ੀਕਲੀ ਤਕੜਾ ਹੋਊਗਾ, ਸਾਡਾ ਬੱਚਾ ਜੇ ਉਸ ਲੈਵਲ ਦੇ ਸਿਸਟਮ 'ਚ ਪੈ ਜਾਊਗਾ ਤੇ ਉਹ ਡਰੱਗ ਤੋਂ ਆਟੋਮੈਟਿਕਲੀ ਦੂਰ ਚਲੇ ਜਾਊਗਾ। ਇਹ ਸਾਰੀ ਦੁਨੀਆ ਤੋਂ ਹੋਇਆ, ਮੈਂ ਕੋਈ ਅਲੱਗ ਨਹੀਂ ਕਰਦਾ, ਪਰ ਮੈਂ ਕੋਸ਼ਿਸ਼ ਇਹਨੂੰ ਕਰਦਾ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਇੱਧਰ ਨੂੰ ਇਹ ਚੜ੍ਹ ਜਾਵੇ। ਚੜ੍ਹ ਕੇ ਤਾਂ ਫਿਰ ਅਸੀਂ ਪੰਜਾਬ ਨੂੰ ਉਸ ਦਿੱਖ 'ਚ ਲੈ ਕੇ ਜਾਈਏ। ਇਹ ਠੀਕ ਹੈ ਵੀ ਇਹਦੇ ਜਿਹੜੇ ਫਾਈਨੈਂਸ਼ੀਅਲ ਐਂਗਲਸ ਹੈਗੇ ਆ ਉਹਦੇ ਲਈ ਵੀ ਪੂਰਤੀ ਲਈ ਬਹੁਤ ਕੁਝ ਕਰਨਾ ਪਊਗਾ। ਮੈਨੂੰ ਅੱਜ 1000 ਕਰੋੜ ਰੁਪਈਆ ਚਾਹੀਦਾ, ਜਿਹੜਾ ਕਿ ਸ਼ਾਇਦ ਸਾਡਾ ਫਾਈਨਾਂਸ ਡਿਪਾਰਟਮੈਂਟ ਉਸ ਗੱਲ ਦੀ ਸਪੋਰਟ ਸ਼ਾਇਦ ਨਹੀਂ ਕਰ ਸਕਦਾ ਕਿਉਂਕਿ ਅਲਟੀਮੇਟਲੀ ਉਹਨਾਂ ਦੀਆਂ ਵੀ ਲਿਮਿਟੇਸ਼ਨਸ ਆ। ਇਹਦਾ ਮਤਲਬ ਸਾਨੂੰ ਰੈਵਨਿਊ ਹੋਰ ਜਿਹੜੇ ਆ ਜਨਰੇਟ ਕਰਨੇ ਪੈਣਗੇ ਫਰੋਮ ਡਿਫਰੈਂਟ ਐਂਗਲ। ਸੋ ਕਰਪਸ਼ਨ ਨੂੰ ਨੱਥ ਪਾਉਣੀ ਪਊਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਓਵਰਆਲ ਪਿਕਚਰ ਦੇ ਵਿੱਚ ਲੈ ਕੇ ਆਉਣੀਆਂ ਪੈਣਗੀਆਂ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਜਿਹੜੇ ਤੁਸੀਂ ਸੁਪਨੇ ਲੈ ਰਹੇ ਹੋ, ਸੁਪਨੇ ਲੈਣੇ ਬੜੇ ਜ਼ਰੂਰੀ ਹੈ। ਉਹ ਸੁਪਨੇ ਲਓਗੇ ਤੇ ਤਾਂ ਹੀ ਉਹ ਪੂਰੇ ਹੋਣਗੇ। ਸਾਨੂੰ ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਪਊਗਾ। ਮੇਰੀ ਇਹ ਥਿੰਕਿੰਗ ਹੈ। ਜੇ ਅਸੀਂ ਇਹੀ ਚੱਲਾਂਗੇ ਵੀ ਇਹਦੇ ਤੇ ਵੀ ਵਿਸ਼ਵਾਸ ਨਹੀਂ, ਇਹ ਵੀ ਨਹੀਂ ਕਰ ਸਕਦਾ, ਫਿਰ ਕੌਣ ਉਹਨੂੰ ਪੂਰੇ ਕਰੂਗਾ? somebody has to do it, ਕਿਉਂਕਿ ਇਹ ਨਹੀਂ ਹੈ ਕਿ ਇਕੱਲੇ ਫੀਤੇ ਕੱਟਣ ਨਾਲ ਨਹੀਂ ਚੱਲ ਸਕਦਾ। ਸਾਨੂੰ ਕੰਮ ਕਰਨਾ ਪਊ, ਬੈਠ ਕੇ ਕੰਮ ਕਰਨਾ ਪਊ ਔਰ 18-20 ਘੰਟੇ ਵੀ ਕਰਨਾ। ਹੋਪ ਕਿ ਤੁਸੀਂ ਇਹਦੇ ਵਿੱਚ ਕਾਮਯਾਬ ਹੋ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਸੰਦੀਪ, ओलंपियन प्रगट सिंह और कैप्टन प्रगट सिंह मैं कहूँगा ਰੀਅਲ ਦੇ ਵਿੱਚ ਕੈਪਟਨ। ਇੱਕ ਤੁਸੀਂ ਬੋਰਡ ਦੇਖੇ ਹੋਣੇ ਆ, ਕੈਪਟਨ ਇੱਕ ਹੀ ਹੁੰਦਾ, तो ਉਹ ਕੈਪਟਨ ਨੇ ਇਹ। ਚਲੋ ਉਸ ਗੱਲ ਤੋਂ ਹਟ ਕੇ ਉਮੀਦ ਹੈ ਕਿ ਜਿਹੜਾ ਐਜੂਕੇਸ਼ਨ ਦਾ ਸਿਸਟਮ ਜੋ ਉਹ ਸੁਪਨਾ ਲੈ ਰਹੇ ਨੇ, ਕਿਉਂਕਿ ਅਜਿਹਾ ਸੁਪਨਾ ਲਿਆ ਜਾਣਾ ਚਾਹੀਦਾ ਜੇ ਅਗਲੀਆਂ ਜਨਰੇਸ਼ਨਸ ਨੂੰ ਸੰਭਾਲਣਾ। ਘੱਟੋ ਘੱਟ ਇਹ ਤਾਂ ਹੋਇਆ ਕਿ ਤੁਸੀਂ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਕਿਸੇ ਨਾਲ ਗੱਲ ਕਰਨ ਜੋਗੇ ਹੋਏ, ਜਿਹੜਾ ਸਮਝਦਾ ਕਿ ਆਹ ਕੁਝ ਹੋ ਸਕਦਾ। ਔਰ ਜਦੋਂ ਤੁਸੀਂ ਕੋਈ ਸੁਪਨਾ ਲੈਂਦੇ ਹੋ ਤੇ ਉਹਨੂੰ ਪੂਰਾ ਕਰਨ ਦੇ ਵਾਸਤੇ ਕੋਸ਼ਿਸ਼ ਜ਼ਰੂਰ ਕਰਦੇ ਹੋ। ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।